ਹੋਰ ਵਾਲੇ ਹੋਰ ਵਾਲਾ ਉਹ ਕਿੱਦਾਂ ਬੋਲੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਗੁਰਮਤਿ ਕਲਾਸ ਵਿੱਚ ਜੀ ਆਇਆਂ। ਜਪ ਬਾਣੀ ਦੀ ਲੜੀਵਾਰ ਵਿਚਾਰ ਅਸੀਂ ਪਿਛਲੇ ਸਮੇਂ ਤੋਂ ਕਰ ਰਹੇ ਹਾਂ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ, ਬਖਸ਼ਿਸ਼ ਨਾਲ ਅਸੀਂ 38 ਪੌੜੀਆਂ 2 ਸਲੋਕਾਂ ਦੀ ਵਿਚਾਰ ਪਹਿਲਾਂ ਕਰ ਚੁੱਕੇ ਹਾਂ। ਵਿਚਾਰ ਇਹ ਬਣਿਆ ਸੀ ਕਿ ਜਿਹੜੀਆਂ ਪੌੜੀਆਂ ਸਲੋਕ ਅਸੀਂ ਵਿਚਾਰੇ ਹਨ, ਮੂਲ ਮੰਤਰ ਤੋਂ ਲੈ ਕੇ ਉਹਨਾਂ ਨੂੰ ਸੰਖੇਪ ਵਿੱਚ ਦੁਬਾਰਾ ਇੱਕ ਵਾਰੀ ਪੌੜੀ ਵਾਈਜ਼ ਭਾਵ ਜਿਹੜਾ ਹੈ ਉਹ ਅਸੀਂ ਸਾਰ, ਜਿਹਨੂੰ ਅਸੀਂ ਕਹਿੰਦੇ ਪੌੜੀਆਂ ਦਾ ਸਾਰ, ਉਹ ਆਪ ਜੀ ਦੇ ਨਾਲ ਸਾਂਝਾ ਕਰ ਲਈਏ। ਇਹ ਸੇਵਾ ਵੀਰ ਪ੍ਰਭ ਕੀਰਤਨ ਸਿੰਘ ਜੀ ਜਪ ਬਾਣੀ ਦੀ ਜੋ ਵਿਚਾਰ ਉਹਨਾਂ ਨੇ ਕੀਤੀ ਹੈ, ਉਹ ਇਹਨਾਂ ਦਾ ਪੌੜੀਆਂ ਦਾ ਸੰਖੇਪ ਸਾਰ ਭਾਵ ਸਾਡੇ ਨਾਲ ਸਾਂਝਾ ਕਰ ਰਹੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਇਸ ਕਲਾਸ ਦੀ ਆਰੰਭਤਾ ਕੀਤੀ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅਸੀਂ ਜਪਜੀ ਸਾਹਿਬ ਦੀਆਂ 38 ਪੌੜੀਆਂ ਦੀ ਵਿਚਾਰ ਸੰਪੂਰਨ ਕਰ ਚੁੱਕੇ ਹਾਂ। ਹੁਕਮ ਹੋਇਆ ਸੀ ਕਿ ਇੱਕ ਵਾਰੀ ਇਹਨਾਂ ਸਾਰੀਆਂ ਪੌੜੀਆਂ ਦਾ ਸਾਰ ਰੂਪ ਡਿਸਕਸ਼ਨ ਇੱਕ ਵਾਰੀ ਫਿਰ ਕਰ ਲਈ ਜਾਵੇ, ਤਾਂ ਕਿ ਅਸੀਂ ਆਪਸ ਦੇ ਵਿੱਚ ਜੋ ਪੌੜੀਆਂ ਦੇ ਵਿੱਚੋਂ ਸਾਨੂੰ ਮੇਨ ਮੈਸੇਜ ਮਿਲ ਰਹੇ ਹਨ, ਉਹਨਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਆਪਾਂ ਇੱਕ ਵਾਰੀ ਫਿਰ ਰਿਵਾਈਜ਼ ਕਰ ਲਈਏ, ਤਾਂ ਕਿ ਇਹਨਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਢਾਲ ਸਕੀਏ, ਸਮਝ ਕੇ ਤੇ ਆਪਣੇ ਜੀਵਨ, ਰੋਜ਼ਾਨਾ ਜੀਵਨ ਦੇ ਵਿੱਚ ਇਹਨੂੰ ਢਾਲ ਸਕੀਏ। ਤੋ ਇਹਦੇ ਵਾਸਤੇ ਜੋ ਅਪਰੋਚ ਅਸੀਂ ਰੱਖਣੀ ਹੈ, ਉਹਦੇ ਬਾਰੇ ਮੈਂ ਥੋੜਾ ਜਿਹਾ ਆਪ ਜੀ ਦੇ ਨਾਲ 2-4 ਸ਼ਬਦ ਸਾਂਝੇ ਕਰ ਲਵਾਂ। ਕਿ ਹਰ ਪੌੜੀ ਦੇ ਵਿੱਚ, ਜੇ ਅਸੀਂ ਅੱਗੇ ਦੇਖ ਚੁੱਕੇ ਹਾਂ ਕਿ ਤਕਰੀਬਨ ਹਰ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਕੋਈ ਨਾ ਕੋਈ ਇੱਕ ਮੈਸੇਜ ਸਾਨੂੰ ਦਿੱਤਾ ਹੁੰਦਾ ਹੈ। ਵੈਸੇ ਇਹ ਪੈਟਰਨ ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਹੈ, ਬਾਣੀਆਂ ਦੇ ਵਿੱਚ ਵੀ ਤੇ ਸ਼ਬਦਾਂ ਦੇ ਵਿੱਚ ਵੀ। ਇਹ ਜਿਹੜੀ ਗੱਲ ਹੈ ਉਹ ਰਹਾਉ ਦੀ ਪੰਕਤੀ ਦੇ ਵਿੱਚ ਹੁੰਦੀ ਹੈ। ਤਾਂ ਇਹਨੂੰ ਅਸੀਂ ਇਉਂ ਸਮਝ ਸਕਦੇ ਹਾਂ ਕਿ ਜੋ ਮੁੱਖ ਸੁਨੇਹਾ ਹੈ, ਸੈਂਟਰਲ ਆਈਡੀਆ ਹੈ, ਉਹ ਰਹਾਉ ਦੀ ਪੰਕਤੀ ਵਿੱਚ ਹੁੰਦਾ ਹੈ, ਤੇ ਬਾਕੀ ਸਾਰੇ ਉਹਦੇ ਨਾਲ ਸਪੋਰਟਿੰਗ ਸਾਨੂੰ ਸਮਝਾਉਣ ਦੀਆਂ ਗੱਲਾਂ ਹੁੰਦੀਆਂ ਹਨ। ਉਹ ਦਲੀਲਾਂ ਵੀ ਹੋ ਸਕਦੀਆਂ ਹਨ, ਸਾਡੇ ਸ਼ੰਕਿਆਂ ਨੂੰ ਪਹਿਲਾਂ ਹੀ ਨਿਵਰਤ ਕਰਨ ਦਾ ਪ੍ਰਬੰਧ ਵੀ ਕੀਤਾ ਹੋ ਸਕਦਾ ਹੈ, ਤੇ ਕੋਈ ਹੋਰ ਜਿਹੜੇ ਇਸ ਤੋਂ ਉਲਟ ਕੰਮ ਹੁੰਦੇ ਹਨ ਉਪਦੇਸ਼ ਤੋਂ, ਉਹਨਾਂ ਦੀ ਨਿਖੇਧੀ ਵੀ ਕਈ ਵਾਰ ਉਹਨਾਂ ਦੇ ਵਿੱਚ ਕੀਤੀ ਹੁੰਦੀ ਹੈ। ਤੋ ਇਸ ਕਿਸਮ ਦੇ ਬਹੁਤ ਸਾਰੇ ਢੰਗ ਅਪਣਾ ਕੇ ਸਤਿਗੁਰੂ ਜੀ ਸਾਨੂੰ ਜੋ ਮੁੱਖ ਮੈਸੇਜ ਹੁੰਦਾ ਹੈ ਕਿਸੇ ਵੀ ਰਚਨਾ ਦਾ, ਭਾਵ ਕਿਸੇ ਵੀ ਸ਼ਬਦ ਦਾ, ਬਾਣੀ ਦਾ, ਪੌੜੀ ਦਾ, ਉਹ ਜਿਹੜਾ ਹੈ ਸਾਨੂੰ ਇੱਕ ਮੈਸੇਜ ਉਹ ਦਿੰਦੇ ਹਨ, ਤੇ ਨਾਲ ਬਾਕੀ ਸਾਰੇ ਸਪੋਰਟਿੰਗ ਮਟੀਰੀਅਲ ਹੁੰਦਾ ਹੈ। ਤਾਂ ਅਸੀਂ ਹਰ ਪੌੜੀ ਦੇ ਵਿੱਚੋਂ ਇਹ ਦੇਖਾਂਗੇ ਕਿ ਜਿਹੜੀਆਂ ਪੰਕਤੀਆਂ ਦੇ ਵਿੱਚ ਮੁੱਖ ਭਾਵ ਹੈ, ਕੇਵਲ ਉਹਨਾਂ ਨੂੰ ਲੈ ਕੇ ਆਪਾਂ ਅੰਡਰਸਟੈਂਡ ਕਰਾਂਗੇ ਕਿ ਸਤਿਗੁਰੂ ਜੀ ਨੇ ਸਾਨੂੰ ਕੀ ਸਮਝਾਇਆ ਹੈ, ਤੇ ਇਸ ਲੜੀ ਨੂੰ ਅੱਗੇ ਤੋਰਾਂਗੇ। ਤਾਂ ਆਓ ਸਭ ਤੋਂ ਪਹਿਲਾਂ ਮੂਲ ਮੰਤਰ, ਜਿਸ ਦਾ ਆਪਾਂ ਹੁਣੇ ਹੀ ਪਾਠ ਕੀਤਾ ਹੈ, ਉਹਦੇ ਜੋ ਸੰਖੇਪ ਭਾਵ ਨੇ ਇੱਕ ਵਾਰ ਰਿਵਾਈਜ਼ ਕਰ ਲਈਏ, ਕਿਉਂਕਿ ਜਪਜੀ ਸਾਹਿਬ ਦੀ ਵਿਚਾਰ ਇਸ ਤੋਂ ਬਿਨਾਂ ਸੰਪੂਰਨ ਨਹੀਂ ਹੋ ਸਕਦੀ। ਇਹ ਉਹਦਾ ਇੱਕ ਜ਼ਰੂਰੀ ਹਿੱਸਾ ਹੈ। ਤੇ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੋ ਸਤਿਗੁਰੂ ਜੀ ਨੇ ਜੋ ਸਾਡੇ ਸਾਹਮਣੇ ਇਹ ਜੋ ਮੂਲ ਮੰਤਰ ਹੈ, ਇਹਦੇ ਵਿੱਚ ਅਕਾਲ ਪੁਰਖ ਦਾ ਸਰੂਪ ਉਹਨਾਂ ਨੇ ਰੱਖਿਆ ਹੈ, ਕਿਉਂਕਿ ਅਕਾਲ ਪੁਰਖ ਦੇ ਬਾਰੇ ਜੋ ਸਾਡੇ ਜੀਵਨ ਦਾ ਕੇਂਦਰ ਹੋਣਾ ਚਾਹੀਦਾ ਹੈ, ਉਹਦੇ ਬਾਰੇ ਸਹੀ, ਠੀਕ ਤੇ ਪੂਰੀ ਸੋਝੀ ਹੋਣ ਤੋਂ ਬਿਨਾਂ ਅਸੀਂ ਧਰਮ ਦੇ ਰਸਤੇ ਤੇ ਨਹੀਂ ਤੁਰ ਸਕਦੇ।
तो सतगुरु जी कहते हैं कि अकाल पुरख एक है जो सारी सृष्टि ਦੇ ਵਿੱਚ व्यापक है और एक रस व्यापक है। भाव ये नहीं कि किसी थां ते घट है या वध है, या किसी व्यक्ति ਦੇ ਵਿੱਚ घट है वध है, कोई ज्यादा ब्लैस्ड है कोई घट है, इस तरह का कुछ नहीं है। अकाल पुरख सब ਦੇ अंदर एक रस भाव इको जिहा व्यापक है। ਉਹਦਾ नाम जो है वो सत है। सत का अर्थ है सदीवी होंद वाला, भाव ਉਹਦੀ होंद सदीवी है और वो सारी सृष्टि ਨੂੰ पैदा करने वाला है, करता है। और करता होके ये नहीं कि करता होके वो सृष्टि तो किते वखरा बैठा है अपनी रचना तो, कुदरत तो। वो रचना ਦੇ ਵਿੱਚ एक रस व्यापक है, जिवें सतगुਰਾਂ ने पहला भी किया ते इत्थे भी पुरख का अर्थ यही है। वो डर तो भी रहत है ते वैर तो भी रहत। डर तो रहत का भाव यह है कि असी उन्होंने कोई ऐसा काम करके मजबूर नहीं कर सकते कि सानू वो कोई बख्शिश करे। ते निर्वैर का अर्थ है कि उहदियां नज़रां दे विच सारे बराबर। ये दोनों जो शब्द हैं ये बहुत इंपॉर्टेंट हैं, क्योंकि असी मता ये समझ लईए कि असी हुण ये काम कर लिया है ते हुण अकाल पुरख ने मैनू ये दात देनी ही है। ये चीज़ उस ते लागू नहीं हो सकती, क्योंकि वो निरभौ है। ਉਹਦੇ ਉੱਤੇ ਅਸੀਂ ਕੋਈ ਵੀ ਸ਼ਰਤ ਲਾਗੂ ਨਹੀਂ ਕਰ ਸਕਦੇ, ਨਾ ਮੈਂ ਨਾ ਤੁਸੀਂ ਤੇ ਨਾ ਇਸ ਜਗਤ ਦਾ ਕੋਈ ਵੱਡੇ ਤੋਂ ਵੱਡਾ ਧਾਰਮਿਕ ਵਿਅਕਤੀ ਜਾਂ ਕੋਈ ਹੋਰ ਵਿਅਕਤੀ। ਇਸੇ ਤਰ੍ਹਾਂ ਹੀ ਅਕਾਲ ਪੁਰਖ ਨਿਰਵੈਰ ਹੈ, ਉਹ ਸਭ ਨੂੰ ਇੱਕੋ ਜਿਹਾ ਪਿਆਰ ਕਰਦਾ ਹੈ। ਇਹ ਨਹੀਂ ਕਿ ਉਹਨੂੰ ਇੱਕ ਕਿਸਮ ਦੇ ਲੋਕ ਕਾਫਰ ਲੱਗਣ ਤੇ ਇੱਕ ਕਿਸਮ ਦੇ ਲੋਕ ਮੋਮਨ ਲੱਗਣ, ਜਾਂ ਇੱਕ ਕਿਸਮ ਦੇ ਉਹ ਦੇਵ ਭੂਮੀ ਦੇ ਵਾਸੀ ਲੱਗਣ ਤੇ ਦੂਜੇ ਮਲੇਛ ਲੱਗਣ। ਇਸ ਕਿਸਮ ਦੀ ਕੋਈ ਉਹ ਫਰਕ ਨਹੀਂ ਕਰਦਾ। ਕਹਿਣ ਤੋਂ ਭਾਵ ਇਹ ਹੈ ਕਿ ਉਸ ਅਕਾਲ ਪੁਰਖ ਦਾ ਸਾਡੇ ਨਾਲ ਤੇ ਆਪਣੀ ਬਾਕੀ ਦੀ ਰਚਨਾ ਦੇ ਨਾਲ ਜਿਹੜਾ ਰਿਸ਼ਤਾ ਹੈ, ਉਹਦੇ ਵਿੱਚ ਡਰ ਤੇ ਵੈਰ ਦੀ ਕੋਈ ਥਾਂ ਨਹੀਂ। ਉਹ ਪੂਰੀ ਤਰ੍ਹਾਂ ਸੁਤੰਤਰ ਹੋ ਕੇ ਜੋ ਉਹਨੇ ਆਪਣੇ ਨਿਯਮ ਬਣਾਏ ਹਨ ਸਾਡੇ ਵਾਸਤੇ, ਉਹਨਾਂ ਦੇ ਮੁਤਾਬਕ ਹੀ ਸਾਡੇ ਨਾਲ ਉਹ ਡੀਲ ਕਰਦਾ ਹੈ। ਉਹ ਅਕਾਲ ਹੈ, ਕਾਲ ਤੋਂ ਪਰੇ ਹੈ। ਉਹ ਬੱਚਾ, ਜਵਾਨ, ਬੁੱਢਾ, ਜੰਮਣ, ਮਰਨਾ ਇਤਿਆਦਿਕ ਇਹਨਾਂ ਚੀਜ਼ਾਂ ਦਾ ਉਹਦੇ ਉੱਤੇ ਕੋਈ ਅਸਰ ਨਹੀਂ ਹੈ। ਉਹਦੀ ਹਸਤੀ ਹੈ ਜਿਹਦੇ ਉੱਤੇ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਹੈ। ਨਾ ਹੀ ਉਹ ਕਿਸੇ ਜੂਨ ਦੇ ਵਿੱਚ ਆਉਂਦਾ ਹੈ, ਭਾਵੇਂ ਲੋਕ ਕਿਸੇ ਨੂੰ ਵੀ ਅਵਤਾਰ ਕਹੀ ਜਾਣ, ਪਰ ਅਕਾਲ ਪੁਰਖ ਆਪ ਜੂਨ ਦੇ ਵਿੱਚ ਕਦੀ ਨਹੀਂ ਹੈ। ਔਰ ਉਹ ਆਪਣੇ ਆਪ ਤੋਂ ਪ੍ਰਕਾਸ਼ ਹੈ। ਉਹਨੂੰ ਪ੍ਰਕਾਸ਼ ਹੋਣ ਵਾਸਤੇ ਕਿਸੇ ਦੀ ਮਦਦ ਦੀ ਲੋੜ ਨਹੀਂ ਹੈ, ਨਾ ਹਾਲਾਤ ਦੀ, ਨਾ ਵਿਅਕਤੀ ਦੀ। ਤੇ ਅਜਿਹਾ ਜਿਹੜਾ ਪ੍ਰਭੂ ਹੈ, ਜਿਸ ਦਾ ਸਿਧਾਂਤ ਸਾਨੂੰ ਸਤਿਗੁਰਾਂ ਨੇ ਸਿੱਖ ਮੱਤ ਦੇ ਵਿੱਚ, ਸਿੱਖ ਮੱਤ ਦੇ ਧਾਰਮੀਆਂ ਦੇ ਵਾਸਤੇ ਸਪਸ਼ਟ ਕਰਕੇ ਦਿੱਤਾ ਹੈ, ਉਹ ਅਕਾਲ ਪੁਰਖ ਤੱਕ ਸਾਡੀ ਪਹੁੰਚ ਕਿਵੇਂ ਹੋ ਸਕਦੀ ਹੈ? ਜਦੋਂ ਸਾਡੇ ਤੇ ਸੱਚੇ ਗੁਰੂ ਦੀ ਕਿਰਪਾ ਹੋ ਜਾਵੇ। ਭਾਵ ਜਦੋਂ ਅਸੀਂ ਸੱਚੇ ਗੁਰੂ ਦੇ ਰਸਤੇ ਤੇ ਚੱਲਾਂਗੇ, ਉਹਦੇ ਦੱਸੇ ਰਾਹ ਤੇ ਚੱਲਾਂਗੇ, ਉਹ ਕੰਮ ਕਰਾਂਗੇ ਜਿਹੜੇ ਸਾਨੂੰ ਉਹ ਕਰਨ ਲਈ ਕਹਿ ਰਿਹਾ ਹੈ, ਤੇ ਤਾਂ ਹੀ ਉਹਦੀ ਕਿਰਪਾ ਹੋਏਗੀ ਤੇ ਅਸੀਂ ਉਸ ਤੱਕ ਪਹੁੰਚ ਸਕਦੇ ਹਾਂ। तो सतगुरु जी अगे फरमा रहे हैं, जप वो इस बाणी का नाम है, आद सच जुगाद सच है भी सच, नानक होसी भी सच। ਹੁਣ ਜਪ ਦੇ ਬਹੁਤ ਵਿਸ਼ਾਲ ਅਰਥ ਵਿਦਵਾਨ ਲੋਕ ਕਰਦੇ ਹਨ। तो ਇਹ ਬਾਣੀ ਦਾ ਨਾਮ ਜਪ ਹੈ, ਜੋ ਸਾਨੂੰ ਅਕਾਲ ਪੁਰਖ ਦੇ ਨਾਲ ਜੁੜਨ ਦੀ ਪ੍ਰੇਰਨਾ ਕਰ ਰਹੀ ਹੈ ਕਿ ਸਾਡਾ ਸਭ ਤੋਂ ਵੱਡਾ ਜਿਹੜਾ ਕੰਮ ਹੈ, ਸਭ ਤੋਂ ਇੰਪੋਰਟੈਂਟ ਕੰਮ ਹੈ, ਉਹ ਅਕਾਲ ਪੁਰਖ ਦੇ ਨਾਲ ਜੁੜਨਾ। तो ਉਹ ਅਕਾਲ ਪੁਰਖ ਆਦ ਸੱਚ, ਇੱਕ ਵਾਰੀ ਫੇਰ ਸਾਨੂੰ ਸਤਿਗੁਰੂ ਇਸ ਬਾਣੀ ਦੇ ਆਰੰਭ ਦੇ ਪਹਿਲੇ, ਕਿਉਂਕਿ ਇੱਥੋਂ ਬਾਣੀ ਦੀ ਸ਼ੁਰੂਆਤ ਹੁੰਦੀ ਹੈ ਜਪ ਤੋਂ, तो सतगुरु सानू ये एक बार फिर समझा रहे हैं, रिवाइज करा रहे हैं, पक्का करा रहे हैं कि वो मुढ़ तो है, आद तो है, आद तो उसकी होंद है, आद सच। उत्पत्ति तो पहला, आद तो पहला, आद का अर्थ है जदों ये संसार जगत बनिया,
ਉਹਦਾ ਜਿਹੜਾ ਮੁੱਢ ਹੈ ਜਗਤ ਦਾ, ਭਾਵ ਇਹਦੇ ਪੈਦਾ ਹੋਣ ਤੋਂ ਪਹਿਲਾਂ ਦਾ ਜਿਹੜਾ ਸਮਾਂ ਹੈ ਉਹ ਆਦ ਹੈ। ਉਸ ਤੋਂ ਪਹਿਲਾਂ ਤੋਂ ਉਹ ਅਕਾਲ ਪੁਰਖ ਦੀ ਹਸਤੀ ਹੈ, ਉਹਦੀ ਹੋਂਦ ਹੈ। ਯੁਗਾਂ ਦਾ ਜਦੋਂ ਗਿਣਤੀ ਅਸੀਂ ਸ਼ੁਰੂ ਕਰਦੇ ਹਾਂ ਉਸ ਤੋਂ ਵੀ ਪਹਿਲਾਂ ਤੋਂ ਹੈ। ਅੱਜ ਵੀ ਉਹਦੀ ਹਸਤੀ ਉਸੇ ਤਰ੍ਹਾਂ ਹੀ ਕਾਇਮ ਹੈ। ਤੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਨਾਨਕ ਹੋਸੀ ਵੀ ਸੱਚ। ਔਰ ਆਉਣ ਵਾਲਾ ਜਿੰਨਾ ਵੀ ਸਮਾਂ ਉਹ ਸਾਰੇ ਸਮੇਂ ਦੇ ਵਿੱਚ ਉਹ ਅਕਾਲ ਪੁਰਖ ਦੀ ਹਸਤੀ ਇਸੇ ਤਰ੍ਹਾਂ ਹੀ ਕਾਇਮ ਹੈ। ਤੋ ਇਹ ਇੱਥੇ ਤੱਕ ਸਤਿਗੁਰੂ ਜੀ ਨੇ ਸਾਡਾ ਜੋ ਕਨਸੈਪਟ ਕਲੀਅਰ ਕੀਤਾ ਹੈ ਅਕਾਲ ਪੁਰਖ ਦੇ ਬਾਰੇ, ਕਿ ਜਦੋਂ ਅਸੀਂ ਅਕਾਲ ਪੁਰਖ ਦੀ ਗੱਲ ਕਰਦੇ ਹਾਂ, ਵਾਹਿਗੁਰੂ ਦੀ ਗੱਲ ਕਰਦੇ ਹਾਂ, ਪ੍ਰਭੂ ਦੀ ਗੱਲ ਕਰਦੇ ਹਾਂ, ਤੇ ਉਸ ਦਾ ਅਰਥ ਕੀ ਹੈ, ਸਾਡੇ ਵਾਸਤੇ ਉਹਦਾ ਕੀ ਅਰਥ ਹੈ। ਕਿਉਂਕਿ ਹਰ ਧਰਮ ਦੇ ਵਿੱਚ ਜਦੋਂ ਪ੍ਰਭੂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਦੇ ਅਰਥ ਹਰ ਧਰਮ ਦੇ ਵਿੱਚ ਵੱਖੋ ਵੱਖਰੇ ਢੰਗ ਦੇ ਨਾਲ ਕੀਤੇ ਜਾਂਦੇ। ਤੋ ਸਤਿਗੁਰੂ ਜੀ ਨੇ ਇੱਥੇ ਡਿਫਾਈਨ ਕਰ ਦਿੱਤਾ ਹੈ ਕਿ ਅਕਾਲ ਪੁਰਖ ਦੀ ਜਦੋਂ ਵੀ ਅਸੀਂ ਕਿਤੇ ਗੱਲ ਕਰਾਂਗੇ, ਪ੍ਰਭੂ ਦੀ ਗੱਲ ਕਰਾਂਗੇ, ਤਾਂ ਉਸ ਦਾ ਅਰਥ ਲੱਭਣ ਦੇ ਲਈ ਕਿ ਅਕਾਲ ਪੁਰਖ ਅਸੀਂ ਕਿਸ ਨੂੰ ਕਹਿ ਰਹੇ ਹਾਂ, ਸਾਨੂੰ ਇਹ ਮੂਲ ਮੰਤਰ ਤੱਕ ਜਾਣਾ ਪਵੇਗਾ ਤੇ ਅਕਾਲ ਪੁਰਖ ਦਾ ਸਰੂਪ ਦੇਖਣਾ ਪਵੇਗਾ। ਤਾਂ ਅੱਗੇ ਪਹਿਲੀ ਪੌੜੀ ਦੇ ਵਿੱਚ ਜੋ ਸਤਿਗੁਰਾਂ ਨੇ ਸਾਨੂੰ ਮੁੱਖ ਉਪਦੇਸ਼ ਦਿੱਤਾ ਹੈ ਉਹ ਦੋ ਪੰਕਤੀਆਂ ਦੇ ਵਿੱਚ ਹੈ। ਆਖਰੀ ਪੰਕਤੀਆਂ ਜੋ ਆਪਦੇ ਸਾਹਮਣੇ ਹਨ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ। ਹੁਣ ਸਤਿਗੁਰੂ ਜੀ ਨੇ ਇਹਨਾਂ ਦੋ ਪੰਕਤੀਆਂ ਦੇ ਵਿੱਚ ਤਿੰਨ ਗੱਲਾਂ ਸਾਨੂੰ ਸਾਡੇ ਸਾਹਮਣੇ ਰੱਖੀਆਂ। ਪਹਿਲਾ ਤਾਂ ਇਹ ਹੈ ਕਿ ਸਾਡਾ ਮਕਸਦ ਕੀ ਹੈ, ਜੀਵਨ ਦਾ ਮਕਸਦ ਜੋ ਹੈ ਉਹ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਜਿਹੜਾ ਵਾਕ ਅੰਸ਼ ਹੈ ਕਿਵ ਸਚਿਆਰਾ ਹੋਈਐ, ਇਹ ਸਾਡਾ ਜੋ ਮਕਸਦ ਹੈ ਜੀਵਨ ਉਹ ਸਤਿਗੁਰਾਂ ਨੇ ਇਹਦੇ ਵਿੱਚ ਸਾਡੇ ਸਾਹਮਣੇ ਰੱਖ ਦਿੱਤਾ ਕਿ ਭਾਈ ਅਸੀਂ ਸਚਿਆਰੇ ਬਣਨ ਦੀ ਕੋਸ਼ਿਸ਼ ਕਰਨੀ ਹੈ। ਤੇ ਸਚਿਆਰੇ ਦਾ ਅਰਥ ਕੀ ਹੈ? ਸਚਿਆਰੇ ਦਾ ਅਰਥ ਹੈ, ਜਿਵੇਂ ਅਸੀਂ ਪਹਿਲਾਂ ਕੀਤਾ ਸੀ ਅਰਥ ਦਾ, ਕਿ ਸਚਿਆਰਾ ਦਾ ਅਰਥ ਹੈ ਸੱਚ ਦਾ ਘਰ, ਭਾਵ ਅਕਾਲ ਪੁਰਖ ਦਾ ਘਰ, ਅਕਾਲ ਪੁਰਖ ਦੇ ਰਹਿਣ ਦੀ ਥਾਂ, ਅਕਾਲ ਪੁਰਖ ਦਾ ਹਿਰਦੇ ਦੇ ਵਿੱਚ ਵਾਸਾ ਹੋ ਜਾਏ ਸਾਡੇ ਅੰਦਰ, ਅਸੀਂ ਅਕਾਲ ਪੁਰਖ ਦਾ ਘਰ ਬਣ ਜਾਈਏ, ਭਾਵ ਉਹ ਸਾਡੇ ਅੰਦਰ ਵਸ ਜਾਵੇ, ਸਾਨੂੰ ਉਹ ਹਰ ਵੇਲੇ ਦੱਸੇ, ਅਸੀਂ ਉਹਦੀ ਹਜ਼ੂਰੀ ਦੇ ਵਿੱਚ ਰਹੀਏ, ਜੋ ਵੀ ਅਸੀਂ ਕਰਮ ਕਰੀਏ ਉਹ ਅਕਾਲ ਪੁਰਖ ਦੀ ਹਜ਼ੂਰੀ ਦੇ ਵਿੱਚ ਰਹਿ ਕੇ ਕਰੀਏ। ਇਹ ਸਚਿਆਰਾ ਬਣਨਾ ਸਤਿਗੁਰੂ ਜੀ ਨੇ ਦੱਸਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਸ਼ਬਦ ਦੀ ਬਹੁਤ ਮਹਾਨਤਾ ਹੈ। ਅਕਸਰ ਅਸੀਂ ਇਹਨੂੰ ਉਨੀ ਮਹਾਨਤਾ ਨਹੀਂ ਦਿੰਦੇ, ਉਨੀ ਇੰਪੋਰਟੈਂਸ ਨਹੀਂ ਦਿੰਦੇ, ਕਿਉਂਕਿ ਜੋ ਹੋਰ ਜੀਵਨ ਦੇ ਮਕਸਦ ਦੇ ਵਾਸਤੇ ਸਤਿਗੁਰਾਂ ਨੇ ਸ਼ਬਦ ਵਰਤੇ ਹਨ ਉਹਨਾਂ ਨੂੰ ਅਸੀਂ ਬਾਰ-ਬਾਰ ਕੋਟ ਕਰਦੇ ਹਾਂ। ਜਿਵੇਂ ਗੋਬਿੰਦ ਮਿਲਣ ਕੀ ਇਹ ਤੇਰੀ ਬਰਈਆ, ਭਾਵ ਅਸੀਂ ਗੋਬਿੰਦ ਮਿਲਣ ਦੀ ਗੱਲ ਬਾਰ-ਬਾਰ ਕਰਦੇ ਹਾਂ। ਜਾਂ ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ, ਤੋਂ ਅਕਾਲ ਪੁਰਖ ਦੇ ਵਿੱਚ ਲੀਨ ਹੋਣ ਦੀ ਗੱਲ ਕਰਦੇ। ਤਾਂ ਸਤਿਗੁਰੂ ਜੀ ਨੇ ਇੱਥੇ ਸ਼ਬਦ ਵਰਤਿਆ ਹੈ ਸਚਿਆਰਾ। ਇਹ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ, ਸਿਧਾਂਤਾਂ ਦੇ ਵਿੱਚ ਸਾਡੇ ਜੀਵਨ ਦਾ ਮਕਸਦ ਦੇਣ ਵਾਲਾ ਇਹ ਪਹਿਲਾ ਸ਼ਬਦ ਹੈ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤਾਂ ਇਹ ਸਾਨੂੰ ਮੁੱਖ ਸਿਧਾਂਤ ਦੇ ਤੌਰ ਤੇ ਇਹਨੂੰ ਸਮਝਣਾ ਚਾਹੀਦਾ ਹੈ। ਤੇ ਗੋਬਿੰਦ ਮਿਲਣ ਤੇ ਗੋਬਿੰਦ ਦੇ ਵਿੱਚ ਲੀਨ ਹੋਣ ਦੀ ਜਿਹੜੀ ਗੱਲ ਅਸੀਂ ਅੱਗੇ ਚੱਲ ਕੇ ਕਰਦੇ ਹਾਂ, ਜਦੋਂ ਵੀ ਉਹਦੇ ਅਰਥ ਕਰਦੇ ਹਾਂ ਤੇ ਸਾਨੂੰ ਉਹ ਸਚਿਆਰਾ ਲਫ਼ਜ਼ ਦੀ, ਇਹਦੇ ਅਰਥਾਂ ਦੀ ਰੌਸ਼ਨੀ ਦੇ ਵਿੱਚ ਹੀ ਕਰਨੇ ਪੈਣੇ ਆ, ਤਾਂ ਹੀ ਉਹ ਠੀਕ ਹੋਣਗੇ। ਜੇ ਅਸੀਂ ਵਿਆਕਰਨ ਦੇ ਮੁਤਾਬਕ ਡਿਕਸ਼ਨਰੀਆਂ, ਕੋਸ਼ਾਂ, ਫਿਲਾਸਫੀਆਂ, ਦੂਜੇ ਧਰਮਾਂ ਤੋਂ ਕਿਤਾਬਾਂ ਪੜ੍ਹ ਕੇ ਉਹ ਗੋਬਿੰਦ ਮਿਲਣ ਜਾਂ ਲੀਨ ਭਏ ਦੀ ਗੱਲ ਅਸੀਂ ਕਰਨੀ ਸ਼ੁਰੂ ਕਰ ਦਿਆਂਗੇ ਤਾਂ ਉਹ ਅਨਰਥ ਹੋ ਜਾਏਗਾ, ਕਿਉਂਕਿ ਅਸਲ ਸਿਧਾਂਤ ਜੋ ਹੈ ਉਹ ਸਚਿਆਰਾ ਹੋਣ ਦਾ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਸਾਡੇ ਜੀਵਨ ਦਾ ਜੋ ਮਕਸਦ ਹੈ ਉਹ ਸਚਿਆਰਾ ਬਣਨਾ ਹੈ। ਇਹਦੀ ਰੁਕਾਵਟ ਕੀ ਹੈ? ਅੱਗੇ ਸਤਿਗੁਰੂ ਉਹਦੀ ਗੱਲ ਕਰਦੇ ਹਨ ਕਿ ਕਿਵ ਕੂੜੈ ਟੁੱਟੈ ਪਾਲ, ਕੂੜ ਦੀ ਪਾਲ ਜੋ ਸਾਡੇ ਤੇ ਉਹਦੇ ਵਿਚਕਾਰ ਹੈ ਉਹ ਸਾਡੀ ਸਭ ਤੋਂ ਵੱਡੀ ਰੁਕਾਵਟ ਹੈ। ਤਾਂ ਉਹਨੂੰ ਸਾਨੂੰ ਤੋੜਨ ਦਾ ਕੋਈ ਨਾ ਕੋਈ ਢੰਗ ਲੱਭਣਾ ਪਏਗਾ। ਜੇ ਸਾਡੇ ਤੇ ਤੁਹਾਡੇ ਵਿਚਕਾਰ ਅਗਰ ਕੋਈ ਓਬਸਟਰਕਸ਼ਨ ਹੈ
ਤੇ ਅਸੀਂ ਗੱਲਬਾਤ ਕਰਨ ਲਈ, ਮਿਲਣ ਲਈ ਪਹਿਲਾਂ obstruction ਸਾਨੂੰ ਦੂਰ ਕਰਨੀ ਪੈਣੀ ਹੈ। ਇਸੇ ਤਰ੍ਹਾਂ ਹੀ ਅਕਾਲ ਪੁਰਖ ਨਾਲ ਗੱਲਬਾਤ ਕਰਨ ਲਈ, ਉਹਨੂੰ ਮਿਲਣ ਲਈ, ਉਹਨੂੰ ਆਪਣੇ ਹਿਰਦੇ ਵਿੱਚ ਵਸਾਉਣ ਲਈ ਸਾਨੂੰ ਇਹ ਜੋ obstruction ਹੈ, ਪਾਲ ਜਿਹੜੀ ਬਣੀ ਹੋਈ ਹੈ, ਇਹਨੂੰ ਤੋੜਨਾ ਪਏਗਾ। ਸਤਿਗੁਰੂ ਜੀ ਕਹਿੰਦੇ ਹਨ ਕਿ ਇੱਕ ਤਾਂ ਸਾਡੇ ਜੀਵਨ ਦਾ ਜੋ ਮਕਸਦ ਹੈ, ਜਾਂ ਇਉਂ ਕਹਿ ਲਓ ਸਾਡਾ ਟੀਚਾ ਹੈ, ਸਾਡੀ ਸਮੱਸਿਆ ਹੈ ਕਿ ਅਸੀਂ ਸੱਚਿਆਰੇ ਬਣਨਾ ਹੈ। ਤੇ ਦੂਜਾ ਸਾਡੇ ਸਮੱਸਿਆ ਇਹ ਹੋ ਗਈ ਜੋ ਕਿ ਇਸ ਕੰਮ ਦੇ ਵਿੱਚ ਰੁਕਾਵਟ। ਇੱਕ ਟੀਚਾ ਹੈ, ਇੱਕ ਰੁਕਾਵਟ ਹੈ, ਸਾਨੂੰ ਦੋਹਾਂ ਦੇ ਵਾਸਤੇ ਉਦਮ ਕਰਨਾ ਪਏਗਾ। ਤਾਂ ਫਿਰ ਹੱਲ ਕੀ ਹੈ? ਸਤਿਗੁਰੂ ਨੇ ਸਾਨੂੰ ਮਕਸਦ ਵੀ ਦੱਸ ਦਿੱਤਾ ਤੇ ਰੁਕਾਵਟ ਵੀ ਦੱਸ ਦਿੱਤੀ। ਤੇ ਹੁਣ ਅਗਲੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਢੰਗ ਦੱਸ ਰਹੇ ਹਨ। ਢੰਗ ਇਹ ਦੱਸ ਰਹੇ ਹਨ ਕਿ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾ। ਤੋ ਜੇ ਅਸੀਂ ਇਸ ਸਾਡਾ ਮਕਸਦ ਹੈ, ਉਹਦੀ ਰੁਕਾਵਟ ਨੂੰ ਸਮਝ ਲਈਏ ਔਰ ਇਹ ਸਮਝ ਲਈਏ ਕਿ ਉਸ ਅਕਾਲ ਪੁਰਖ ਨੂੰ ਹਿਰਦੇ ਵਿੱਚ ਵਸਾਉਣ ਵਾਸਤੇ, ਭਾਵ ਇਹ ਕਿ ਸੱਚ ਦਾ ਘਰ ਬਣਨ ਵਾਸਤੇ, ਸੱਚ ਦਾ ਨਿਵਾਸ ਸਥਾਨ ਬਣਨ ਵਾਸਤੇ, ਸੱਚ ਦਾ ਮੰਦਿਰ ਅਸੀਂ ਅਗਰ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਸੱਚ ਦੇ ਨਾਲ, ਅਕਾਲ ਪੁਰਖ ਦੇ ਨਾਲ ਪਿਆਰ ਪਾ ਕੇ ਉਹਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ ਚੱਲਣਾ ਪਵੇਗਾ। ਉਹ ਹੁਕਮ ਦੇਣ ਵਾਲਾ ਜਿਹੜਾ ਹੈ, ਉਹਦੇ ਹੁਕਮ ਦੇ ਵਿੱਚ ਚੱਲਾਂਗੇ। ਤੇ ਸਤਿਗੁਰੂ ਜੀ ਕਹਿੰਦੇ ਹਨ, ਨਾਨਕ ਲਿਖਿਆ ਨਾਲ। ਇਹੀ ਇੱਕ ਮੈਥਡ ਹੈ, ਇਹੀ ਇੱਕ ਢੰਗ ਹੈ ਸਾਡੇ ਜੀਵਨ ਦੀ ਮਕਸਦ ਦੀ ਪ੍ਰਾਪਤੀ ਦਾ, ਜਿਹੜਾ ਆਦਿ ਤੋਂ, ਸ਼ੁਰੂ ਤੋਂ, ਇਹ ਹਮੇਸ਼ਾ ਤੋਂ ਹੀ ਇਸ ਰਚਨਾ ਦੇ ਨਾਲ ਲਿਖਿਆ ਹੋਇਆ ਤੁਰਿਆ ਆ ਰਿਹਾ। ਇਸ ਤੋਂ ਇਲਾਵਾ ਹੋਰ ਕੋਈ ਰਸਤਾ ਨਾ ਕਦੇ ਹੋਇਆ ਹੈ ਤੇ ਨਾ ਕਦੇ ਹੋਰ ਕੋਈ ਹੋਏਗਾ। ਉਹ ਜਿਹੜੀ ਬਾਕੀ ਦੀ ਪੌੜੀ ਹੈ, ਇਸ ਤੋਂ ਉੱਪਰਲੀਆਂ 4 ਪੰਕਤੀਆਂ ਹਨ। ਜੇ ਅਸੀਂ ਇਹ ਸਮਝ ਲਈਏ ਕਿ ਸਾਡੇ ਜੀਵਨ ਦਾ ਮਕਸਦ ਸਚਿਆਰਾ ਬਣਨਾ ਹੈ ਔਰ ਉਹਦੇ ਵਾਸਤੇ ਅਸੀਂ ਕੂੜ ਦੀ ਪਾਲ ਤੋੜਨੀ ਹੈ, ਤੇ ਸਚਿਆਰਾ ਬਣਨ ਦਾ ਢੰਗ ਉਹਦੇ ਹੁਕਮ ਦੇ ਵਿੱਚ ਤੁਰਨਾ ਹੈ, ਤਾਂ ਪਹਿਲੀਆਂ 4 ਪੰਕਤੀਆਂ ਨੂੰ ਅਸੀਂ ਇੱਕ ਵੇਰਾ ਵੀ ਪੜ੍ਹ ਦੇਵਾਂਗੇ ਤੇ ਸਾਨੂੰ ਸਮਝ ਲੱਗ ਜਾਏਗਾ ਕਿ ਇਹ ਮੇਰੇ ਕਿਸੇ ਜੋ ਇਹਦੇ ਵਿੱਚ ਢੰਗ ਸਤਿਗੁਰਾਂ ਨੇ ਦੱਸ ਕੇ ਸਮਝਾਏ ਹਨ, ਉਹ ਢੰਗ ਜਿਹੜੇ ਹਨ ਉਹ ਸਾਡੇ ਕਿਸੇ ਕੰਮ ਨਹੀਂ। ਨਾ ਤਾਂ ਸੁਚਮ ਰੱਖਣ ਦੇ ਨਾਲ, ਪਵਿੱਤਰ ਹੋਣ ਦੇ ਨਾਲ ਸਚਿਆਰਾ ਬਣਿਆ ਜਾ ਸਕਦਾ ਹੈ, ਕਿਉਂਕਿ ਗੱਲ ਤਾਂ ਹੁਕਮ ਦੀ ਹੈ। ਨਾ ਸਮਾਧੀਆਂ ਲਾਣੀਆਂ, ਜਗਤ ਦੇ ਪਦਾਰਥ ਇਕੱਠੇ ਕਰਨੇ ਤੇ ਗਿਆਨ, ਇਹ ਸਾਰਾ ਇਕੱਠਾ ਕਰ ਲੈਣਾ, ਇਹਦੇ ਨਾਲ ਸਚਿਆਰਾ ਨਹੀਂ ਬਣਿਆ ਜਾ ਸਕਦਾ। ਕਿਉਂਕਿ ਸਚਿਆਰਾ ਬਣਨ ਦਾ ਇੱਕੋ ਹੀ ਢੰਗ ਹੈ। ਸਤਿਗੁਰੂ ਜੀ ਕਹਿੰਦੇ ਹਨ, ਜਦ ਦਾ ਜਗਤ ਬਣਿਆ ਹੈ ਉਦੋਂ ਤੋਂ ਇੱਕੋ ਹੀ ਢੰਗ ਚੱਲਿਆ ਆ ਰਿਹਾ। ਤੇ ਇਹ 4 ਪੰਕਤੀਆਂ ਜੋ ਸਤਿਗੁਰੂ ਜੀ ਨੇ ਦੱਸਿਆ, ਉਹ ਇਸ ਕੰਮ ਦੇ ਵਿੱਚ ਸਾਡੀ ਕੋਈ ਮਦਦ ਨਹੀਂ ਕਰਦਾ ਕਿ ਅਸੀਂ ਉਹਦੇ ਹੁਕਮ ਦੇ ਵਿੱਚ ਚੱਲੀਏ। ਤੋ ਕਹਿਣ ਤੋਂ ਭਾਵ ਇਹ ਹੈ ਕਿ ਸਤਿਗੁਰੂ ਜੀ ਨੇ ਮੁੱਖ ਉਪਦੇਸ਼ ਸਾਨੂੰ ਇਹ ਦਿੱਤਾ ਹੈ ਕਿ ਅਸੀਂ ਟਾਰਗੇਟ ਕੀ ਹੈ ਤੇ ਇਹਨੂੰ ਅਸੀਂ ਢੰਗ ਕੀ ਹੈ, ਤੇ ਇਹ ਜਿਹੜੇ ਉੱਪਰ 4 ਚੀਜ਼ਾਂ ਨੇ, ਇਹ ਮੰਨੀਆਂ ਹੋਈਆਂ ਚੀਜ਼ਾਂ। ਅਸੀਂ ਸੁਚਮ ਦੀ ਗੱਲ ਸਮਝ ਸਕਦੇ ਹਾਂ, ਧਾਰਮਿਕਤਾ ਹੈ, ਇਹਦੇ ਵਿੱਚ ਪੱਖ ਹੈਗਾ। ਤੇ ਸਮਾਧੀਆਂ ਲਾਣਾ, ਮੌਨ ਵਰਤ ਰੱਖਣੇ, ਇਹ ਵੀ ਧਾਰਮਿਕ ਗੱਲ ਹੈ। ਤੇ ਅਗਲੀ ਜਿਹੜੀ ਪੰਕਤੀ ਹੈ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ, ਇਹਦੇ ਵਿੱਚ ਵੀ ਸਤਿਗੁਰੂ ਜੀ ਨੇ ਜੋ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੈਸਾ ਇਕੱਠਾ ਕਰਕੇ, ਉਸ ਪੈਸੇ ਦੀ ਵਰਤੋਂ ਚੰਗੇ ਕੰਮ ਵਾਸਤੇ ਕਰਕੇ, ਦਾਨ ਦੇ ਕੇ, ਸਮਾਜ ਪੜ੍ਹਾਈ ਦੇ ਕੰਮ ਕਰਕੇ ਵੀ ਜੇ ਅਸੀਂ ਸਮਝ ਲਈਏ ਕਿ ਅਸੀਂ ਉਹ ਸਚਿਆਰੇ ਦੇ ਤੱਕ ਪਹੁੰਚ ਜਾਵਾਂਗੇ, ਤੇ ਉਹ ਵੀ ਗੱਲ ਨਹੀਂ ਬਣੀ। ਤੇ ਗਿਆਨ ਨੂੰ ਤਾਂ ਸਾਧਨ ਹੀ ਮੰਨ ਲਿਆ ਗਿਆ। ਯੋਗ ਮਤ ਵਿੱਚ, ਵਿਦਾਂਤ ਦੇ ਵਿੱਚ, ਹੋਰ ਵੀ ਕਈ ਜੋ ਪਰੰਪਰਾਵਾਂ ਨੇ ਉਹਨਾਂ ਦੇ ਵਿੱਚ ਇਹੀ ਮੰਨਿਆ ਗਿਆ ਕਿ ਗਿਆਨ ਹੀ ਸਭ ਤੋਂ ਉੱਚੀ ਚੀਜ਼ ਹੈ। ਤਾਂ ਸਤਿਗੁਰੂ ਜੀ ਨੇ ਇੱਥੇ ਉਸ ਸਿਆਣਪਾਂ ਦੇ ਨਾਮ ਹੇਠ ਉਹਨੂੰ ਵੀ ਰੱਦ ਕਰ ਦਿੱਤਾ। ਤਾਂ ਗੱਲ ਕੀ ਕਿ ਸਾਨੂੰ ਸਤਿਗੁਰਾਂ ਨੇ ਹੁਕਮ ਦੇ ਉੱਤੇ ਚੱਲਣ ਦੀ ਸਿੱਖਿਆ ਦਿੱਤੀ। ਤਾਂ ਹੁਣ ਅੱਗੇ ਚੱਲੀਏ ਕਿ ਹੁਕਮ ਰਜ਼ਾਈ ਚੱਲਣਾ, ਇਹਦੇ ਬਾਰੇ ਹੁਣ ਸਤਿਗੁਰੂ ਜੀ ਨੇ ਪਹਿਲਾਂ ਕੂੜ ਦੀ ਗੱਲ ਕੀਤੀ ਹੈ, ਕੂੜਾ ਟੁੱਟਾ ਪਾਲ। ਪਰ ਉਹ ਕੂੜ ਕੀ ਹੈ? ਉਹ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਹੁਕਮ ਦੇ ਵਿੱਚ ਨਹੀਂ ਤੁਰਨ ਦੇ ਰਹੀ, ਸਚਿਆਰਾ ਨਹੀਂ ਬਣਨ ਦੇ ਰਹੀ? ਉਹ ਕਿਹੜਾ ਕੂੜ ਹੈ? ਉਹ ਕੂੜ ਕੀ ਚੀਜ਼ ਹੈ? ਅਗਲੀ ਪੌੜੀ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਜੋ ਅਗਲੀ ਪੌੜੀ ਦੇ ਵਿੱਚ ਜੋ ਸਤਿਗੁਰਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ, ਉਹ ਅੰਤਲੀ ਪੰਕਤੀ ਦੇ ਵਿੱਚ ਸਤਿਗੁਰੂ ਨੇ ਸਾਨੂੰ ਸਮਝਾਇਆ ਹੈ ਕਿ ਸਾਡੀ
ਹੁਕਮ ਦੇ ਵਿੱਚ ਚੱਲਣ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਅਸਲ ਵਿੱਚ ਕੀ ਹੈ? ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਈ। ਹੁਣ ਇਹ ਦੋਵਾਂ ਚੀਜ਼ਾਂ ਨੂੰ ਆਮੋ ਸਾਹਮਣੇ ਸਤਿਗੁਰੂ ਜੀ ਨੇ ਰੱਖ ਦਿੱਤਾ। ਮਤਲਬ ਇੱਕ ਪਾਸੇ ਪ੍ਰਭੂ ਦੇ ਹੁਕਮ ਦੀ ਸੋਝੀ, ਹੁਕਮੈ ਜੇ ਬੁਝੈ, ਉਹਦੀ ਗੱਲ ਕਰ ਲਈ ਕਿ ਜੇ ਉਹ ਸੋਝੀ ਹੋ ਗਈ ਤਾਂ ਫਿਰ ਸਾਡੇ ਕੋਲ ਜਿਹੜੀ ਚੀਜ਼ ਮਤਲਬ ਇਹਨੂੰ ਰੁਕਾਵਟ ਪਾ ਰਹੀ ਹੈ, ਉਹ ਹੁਕਮ ਦੇ ਵਿੱਚ ਚੱਲਣ ਤੋਂ ਰੁਕਾਵਟ ਹਉਮੈ ਹੀ ਪਾ ਰਹੀ। ਫਿਰ ਉਹ ਬੰਦਾ ਹਉਮੈ ਦੀ ਗੱਲ ਨਹੀਂ ਕਰਦਾ। ਤਾਂ ਹੁਣ ਗੱਲ ਇਹ ਹੋ ਗਈ ਕਿ ਹੁਕਮ ਦੀ ਸੋਝੀ, ਇਹਦੇ ਬਾਰੇ ਹੁਣ ਕੀ ਹੈ, ਜਾਂ ਹੁਕਮ ਮੰਨਣ ਬਾਰੇ ਕੀ ਹੈ, ਸਤਿਗੁਰੂ ਜੀ ਇਸ ਪੌੜੀ ਦੇ ਵਿੱਚ ਸਾਨੂੰ ਸਮਝਾ ਰਹੇ ਨੇ। ਕਿਉਂਕਿ ਹੁਕਮ ਮੰਨਣਾ ਹੋਵੇ ਤਾਂ ਦੋ ਗੱਲਾਂ ਜ਼ਰੂਰੀ ਹਨ। ਪਹਿਲੀ ਗੱਲ ਤਾਂ ਇਹ ਕਿ ਸਾਨੂੰ ਹੁਕਮ ਦੀ ਸੋਝੀ ਹੋ ਜਾਵੇ ਵੀ ਹੁਕਮ ਹੈ ਕੀ, ਪਰ ਹੁਕਮ ਦੀ ਸੋਝੀ ਕਿਤੋਂ ਬਾਹਰੋਂ ਤਾਂ ਹੋਣੀ ਨਹੀਂ। ਇਹ ਸਮੱਸਿਆ ਹੈ ਸਾਡੇ ਲਈ। ਇਹ ਅੰਦਰੋਂ ਹੀ ਪੈਦਾ ਕਰਨੀ ਪੈਣੀ ਹੈ ਹਰ ਜਗਿਆਸੂ ਨੂੰ ਹੁਕਮ ਦੀ ਸੋਝੀ। ਜੇ ਅਸੀਂ ਕਹੀਏ ਅਸੀਂ ਕੋਈ ਕਿਤਾਬਾਂ ਪੜ੍ਹ ਕੇ ਜਾਂ ਕਿਸੇ ਗਿਆਨੀ ਦੇ ਚਰਨੀ ਲੱਗ ਕੇ ਸਾਨੂੰ ਹੁਕਮ ਦੀ ਸੋਝੀ ਹੋ ਜਾਏਗੀ, ਹਾਂ ਹੁਕਮ ਦੀ ਸੋਝੀ ਲੈਣ ਦੇ ਢੰਗ ਤਾਂ ਕੋਈ ਦੱਸ ਸਕਦਾ ਹੈ, ਪਰ ਸੋਝੀ ਸਾਨੂੰ ਹੀ ਲੈਣੀ ਪੈਣੀ। ਕੋਈ ਸਿਆਣਾ ਬੰਦਾ ਸਾਨੂੰ ਸਹੀ ਰਸਤੇ ਤੇ ਤਾਂ ਪਾ ਸਕਦਾ ਹੈ, ਪਰ ਸੋਝੀ ਜਿਹੜੀ ਪੈਦਾ ਹੋਣੀ ਹੈ ਉਹ ਸਤਿਗੁਰੂ ਜੀ ਕਹਿੰਦੇ ਹਨ ਕਿ ਨਹੀਂ, ਉਹ ਅੰਦਰੋਂ ਹੀ ਸਾਨੂੰ ਲੈਣੀ ਪੈਣੀ ਹੈ। ਤੇ ਦੂਜੀ ਗੱਲ ਇਹ ਹੈ ਕਿ ਜਦੋਂ ਸਾਨੂੰ ਸੋਝੀ ਪ੍ਰਾਪਤ ਹੋ ਗਈ ਤਾਂ ਫਿਰ ਹੁਕਮ ਜਿਹੜਾ ਹੈ ਉਹ ਚੰਗਾ ਲੱਗੇਗਾ ਤੇ ਤਾਂ ਹੀ ਅਸੀਂ ਹੁਕਮ ਤੇ ਚੱਲਾਂਗੇ। ਸਾਨੂੰ ਠੀਕ ਲੱਗੇਗਾ, ਚੰਗਾ ਲੱਗੇਗਾ, ਮਿੱਠਾ ਲੱਗੇਗਾ ਤੇ ਤਾਂ ਹੀ ਉਹਦੇ ਉੱਤੇ ਚੱਲਾਂਗੇ। ਤਾਂ ਇਹ ਦੋ ਸ਼ਰਤਾਂ ਹੁਕਮ ਉੱਤੇ ਚੱਲਣ ਵਾਸਤੇ ਜ਼ਰੂਰੀ ਹਨ। ਸਭ ਤੋਂ ਪਹਿਲਾਂ ਤੇ ਉਹਦੀ ਸੋਝੀ ਹੋਵੇ ਤੇ ਦੂਜੀ ਗੱਲ ਉਹ ਚੰਗਾ ਵੀ ਲੱਗੇ। ਹੁਣ ਸਾਨੂੰ ਹੁਕਮ ਚੰਗਾ ਕਿਉਂ ਨਹੀਂ ਲੱਗਦਾ? ਚੰਗਾ ਇਸ ਕਰਕੇ ਨਹੀਂ ਲੱਗਦਾ ਕਿ ਸਾਨੂੰ ਅਕਾਲ ਪੁਰਖ ਦਾ ਹੁਕਮ ਚੰਗਾ ਨਹੀਂ ਲੱਗਦਾ, ਸਾਨੂੰ ਆਪਣਾ ਹੁਕਮ ਚੰਗਾ ਲੱਗਦਾ। ਤੇ ਆਪਣਾ ਹੁਕਮ ਸਾਡਾ ਕੀ ਹੈ? ਹਉਮੈ। ਕਿ ਮੈਂ ਇਹ ਚਾਹੁੰਦਾ ਹਾਂ, ਮੈਂ ਇਹ ਕਰਨਾ ਹੈ, ਮੈਂ ਇਹ ਚਾਹੁੰਦਾ ਹਾਂ, ਤੂੰ ਏਦਾਂ ਕਰ, ਮੈਂ ਏਦਾਂ। ਇਹ ਸਾਡੀ ਹਉਮੈ ਹੈ। ਮੈਂ ਚੰਗਾ ਹਾਂ, ਤੂੰ ਮਾੜਾ ਹੈ, ਇਹ ਸਾਡੀ ਹਉਮੈ ਹੈ, ਇਹ ਸਾਡਾ ਹੁਕਮ ਹੈ। ਤੋ ਇੱਕ ਕਿਸਮ ਨਾਲ ਆਪਾਂ ਹਉਮੈ ਨੂੰ, ਸਤਿਗੁਰਾਂ ਨੇ ਇਸ ਪੰਕਤੀ ਦੇ ਵਿੱਚ ਦੋਨੋਂ ਚੀਜ਼ਾਂ ਨੂੰ ਆਮੋ ਸਾਹਮਣੇ ਰੱਖ ਦਿੱਤਾ ਕਿ ਜੇ ਅਕਾਲ ਪੁਰਖ ਦੇ ਹੁਕਮ ਦੀ ਸੋਝੀ ਪੈ ਗਈ ਤਾਂ ਫਿਰ ਸਾਨੂੰ ਸਮਝ ਲੱਗ ਜਾਏਗੀ ਕਿ ਮੈਂ ਹਉਮੈ ਦੀ ਕੋਈ ਗੱਲ ਨਹੀਂ ਕਰਦੀ। ਫਿਰ ਹਉਮੈ ਸਾਡੇ ਮੂੰਹ ਨਿਕਲੇਗੀ ਨਹੀਂ, ਤਾਂ ਹਉਮੈ ਕਹੈ ਨਾ ਕੋਈ। ਤੋ ਗੱਲ ਇੱਥੇ ਇਹ ਬਣੀ ਕਿ ਜਦੋਂ ਹੁਕਮ ਦੀ ਸੋਝੀ ਪੈਦਾ ਹੋ ਗਈ ਤੇ ਫਿਰ ਸਾਡੀ ਹਉਮੈ ਛੁੱਟ ਜਾਏਗੀ। ਤੇ ਹਉਮੈ ਦਰਅਸਲ ਸਾਡੇ ਵਾਸਤੇ ਰੁਕਾਵਟ ਕਿਉਂ ਹੈ? ਰੁਕਾਵਟ ਇਸ ਕਰਕੇ ਵੀ ਹੈ ਕਿ ਜਿਹੜੀ ਹਉਮੈ ਹੈ ਉਹ ਇੱਥੇ ਸਿਰਫ ਪਰਮਾਰਥ ਦੀ ਗੱਲ ਨਹੀਂ ਹੈ। ਅਸੀਂ ਆਪਣੇ ਦੁਨਿਆਵੀ ਰਿਸ਼ਤਿਆਂ ਨੂੰ ਵੀ ਅਗਰ ਲੈ ਲਈਏ, ਕੋਈ ਪਤੀ ਪਤਨੀ ਦਾ, ਪਿਤਾ ਪੁੱਤਰ ਦਾ, ਮਾਂ ਧੀ ਦਾ, ਭੈਣ ਭਰਾ ਦਾ, ਜੋ ਵੀ ਰਿਸ਼ਤੇ ਹਨ ਸਾਡੇ, ਜਿੰਨੇ ਵੀ ਇੰਪੋਰਟੈਂਟ ਰਿਸ਼ਤੇ ਹਨ, ਉਹਨਾਂ ਦੇ ਵਿੱਚ ਰੁਕਾਵਟ ਜਦੋਂ ਵੀ ਪੈਂਦੀ ਹੈ ਤਾਂ ਇੱਕੋ ਚੀਜ਼ ਕਰਕੇ ਪੈਂਦੀ ਹੈ। ਉਹ ਹਉਮੈ ਕਰਕੇ ਪੈਂਦੀ ਹੈ ਜਾਂ ਹਉਮੈ ਵਿੱਚੋਂ ਪੈਦਾ ਹੋਏ ਸਵਾਰਥ ਕਰਕੇ ਪੈਂਦੀ ਹੈ। ਇਸ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ। ਔਰ ਇਹ ਗੱਲ ਸਾਡੇ ਅਕਾਲ ਪੁਰਖ ਨਾਲ ਰਿਸ਼ਤੇ ਵਾਸਤੇ ਵੀ ਸੱਚ ਹੈ ਕਿ ਸਾਡੀ ਸਭ ਤੋਂ ਵੱਡੀ ਰੁਕਾਵਟ ਉਹ ਹੈ। ਪਰ ਸਤਿਗੁਰੂ ਕਹਿੰਦੇ ਹਨ ਕਿ ਜਦੋਂ ਅਸੀਂ ਅਕਾਲ ਪੁਰਖ ਦੇ ਨਾਲ ਸਾਡੇ ਰਿਸ਼ਤੇ ਦੀ ਗੱਲ ਹੋ ਰਹੀ ਹੈ, ਉਹਦੇ ਨਾਲ ਪਿਆਰ ਪਾਉਣ ਦੀ ਗੱਲ ਹੋ ਰਹੀ ਹੈ, ਜਾਂ ਉਹਨੂੰ ਚੰਗੇ ਲੱਗਣ ਦੀ ਗੱਲ ਹੋ ਰਹੀ ਹੈ, ਤੇ ਇਹ ਬਿਲਕੁਲ ਨਿਰਾਰਥਕ ਹੈ। ਇਹਨੂੰ ਛੱਡ ਦੇਣਾ ਚਾਹੀਦਾ ਹੈ। ਤੇ ਆਮ ਮਨੁੱਖ ਦੀ ਸੋਚ ਇਹ ਹੁੰਦੀ ਹੈ ਕਿ ਮੈਂ ਹਉਮੈ ਨੂੰ ਛੱਡਾਂ ਕਿਉਂ? ਮੇਰੀ ਤਾਂ ਸਾਰੀ ਹੋਂਦ ਹੀ ਇਹਦੇ ਆਲੇ ਦੁਆਲੇ ਘੁੰਮ ਰਹੀ ਹੈ। ਮੇਰਾ ਪੂਰਾ ਜੀਵਨ ਹੀ ਮੇਰੀ ਹਉਮੈ ਦੇ ਆਲੇ ਦੁਆਲੇ ਘੁੰਮਿਆ। ਮੈਂ ਗੋਲਡ ਮੈਡਲਿਸਟ ਹਾਂ, ਮੈਂ ਪੜ੍ਹਿਆ ਲਿਖਿਆ ਹਾਂ, ਮੈਂ ਐਡੀ ਵੱਡੀ ਨੌਕਰੀ ਤੇ ਹਾਂ, ਮੇਰਾ ਐਡਾ ਵੱਡਾ ਬਿਜ਼ਨਸ ਹੈ, ਮੇਰੀ ਤਾਂ ਸਾਰੀ ਹੋਂਦ ਹੀ ਇਹਦੇ ਆਲੇ ਦੁਆਲੇ। ਮੇਰੇ ਕੋਲ ਇਹ ਹੈ, ਇੰਨੀ ਵੱਡੀ ਕੋਠੀ ਹੈ, ਕਾਰ ਹੈ, ਐਡੇ ਵੱਡੇ ਐਸਟ ਹਨ, ਇੰਨੇ ਕਰੋੜਾਂ ਦਾ ਮੈਂ ਮਾਲਕ ਹਾਂ। ਤੇ ਸਾਡੀ ਤਾਂ ਹਉਮੈ ਸਾਡੇ ਜੀਵਨ ਦਾ ਧੁਰਾ ਬਣ ਚੁੱਕੀ ਹੁੰਦੀ ਹੈ। ਤਾਂ ਫਿਰ ਅਸੀਂ ਹਉਮੈ ਛੱਡ ਦਈਏ ਤੇ ਸਾਡੀ ਐਗਜ਼ਿਸਟੈਂਸ ਕਿੱਥੇ ਜਾਏਗੀ? ਹੁਣ ਸਤਿਗੁਰੂ ਜੀ ਸਾਡੇ ਇਹਨਾਂ ਸਵਾਲਾਂ ਦਾ ਜਵਾਬ ਦੇ ਰਹੇ ਹਨ ਕਿ ਇਹ ਜਿਹੜੀ ਹਉਮੈ ਨੂੰ ਤੂੰ ਆਪਣੇ ਜੀਵਨ ਦਾ ਧੁਰਾ ਬਣਾਇਆ ਹੋਇਆ ਹੈ, ਅਸਲ ਦੇ ਵਿੱਚ ਤਾਂ ਇਹ ਕੁਝ ਵੀ ਨਹੀਂ ਹੈ, ਨਿਗੁਣੀ ਵਸਤੂ ਹੈ। ਪੂਰੀ ਪੌੜੀ ਸਾਨੂੰ ਇਹੀ ਸਮਝਾ ਰਹੀ ਹੈ ਕਿ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ। ਤੋ ਇਹ ਸਾਰੀਆਂ ਗੱਲਾਂ ਦੱਸ ਕੇ ਅੰਤ ਉੱਤੇ ਸਤਿਗੁਰੂ ਜੀ ਇੱਕ ਪੰਕਤੀ ਦੇ ਵਿੱਚ ਸਾਰੀ ਗੱਲ ਮੁਕਾ ਦਿੰਦੇ ਹਨ ਕਿ ਹੁਕਮੈ ਅੰਦਰ ਸਭ ਕੋ
बाहर हुक्म ना कोए, जो तू ये सोच रहा है कि तू कीता है, तेरी हौमै तेनू कह रही है कि मैं कीता है, वो सतगुरु जी कह रहे हैं कि ऐसा कुछ भी नहीं। हुक्म अंदर सब को, बाहर हुक्म ना कोई। तो ये सारी गल सतगुरां ने इस ढंग नाल सानू समझाई है कि हौमै साडे रस्ते का एक बड़ी वड्डी रुकावट है जो सानू हुक्म विच नहीं चलण दिंदी। दूजी गल ये कि हौमै निरार्थक है, असीं जिन्नी मर्जी भज दौड़ कर लईए, अखीर ते साडा जीवन उहदे हुक्म दे अनुसार ही चलना है। मेरा ही नहीं, इस जगत की हर वस्तु का, हर जीव का हुक्म, हुक्म है अंदर सब को, उस दे हुक्म दे विच ही सारे चल रहे हैं। हुक्म है बाहर हुक्म ना कोए, उस दे हुक्म तो बाहर तो किसी की होंद तक नहीं है। तो फिर ये समझा के सतगुरु सानू ये मत दे रहे हैं कि नानक हुक्म जे बुझै तां हौमै कह न कोए, कि भाई हौमै नू छड्ड दे, हुक्म की सोझी प्राप्त कर, इहदी निरार्थकता नू समझ, तेरे रस्ते दी रुकावटां आपे दूर हो जाए। तो उस चीज नू जो सतगुरु जी ने सानू समझाया है कि हौमै तेरी रुकावट है, तो हुण सतगुरु जी अगली पौड़ी दे विच, हाँ जी, तेजी ते चौथी पौड़ी अगे आपां इन्हां दोवां दी सांझी विचार करांगे कि सतगुरु जी सानू जिहड़ी साडी समस्या दा है उहदी एक होर डायमेंशन सानू दे रहे। सतगुरु जी इस पौड़ी दे विच कह रहे हैं कि फेर के अगे रखी है, जित दिसै दरबार, मोहों के बोलन बोली है, जित सुन धरे पिया। मैं की उहदे अगे भेटा करा कि मैनू उहदा दरबार, उहदी हाजरी वो दिसनी शुरू हो जाए, ते मैं की मूहों की बोला, की काम करा कि जिहदे नाल ओह मैनू प्यार करन लग जाए। ये सतगुरु जी ने साडे सामने एक नवी डायमेंशन दे दी। अगे तो गल असीं कर रहे सी कि असीं उहदे नाल प्यार करना है, हुण सतगुरु जी कह रहे हैं, क्योंकि जीवन दे विच भी देखिए प्यार दा रिश्ता कदी वन साइडेड नहीं हुंदा, ये दवल्ली हुंदा है, दवल्ला प्यार हुंदा है। प्यार हुंदा ही वो है जिहड़ा दोनों पासे तो होवे। तो जे असीं अकाल पुरख नूं प्यार कर रहे हैं तो फिर साडा रिश्ता ते उदों ही प्यार वाला असीं कह सकते हैं जे वो भी सानूं प्यार करन लग जाए। जित सुन धरे पिया, तो सानू ऐसे बनना पएगा, सानू अपने विच वो गल्लां लियाणियां पैणगियां कि वो अकाल पुरख केवल असी ना उन्होंने प्यार करिए, असी अपने आप नूं ओहो जिहा बनाइए कि वो अकाल पुरख भी सानू प्यार करन लग पवे। जित सुन धरे पिया, तो हुक्म मनण लई साडे लई ये जरूरी है कि सानू ओहदा हुक्म चंगा लगे। हुक्म तां चंगा लगेगा जे हुक्म देण वाला चंगा लगेगा। आपां दो चीज़ां दी गल कीती सी कि एक तो हुक्म दी सोझी हो जावे ते एक हुक्म चंगा लगन लग पवे। ते हुक्म तो सानू उसे दा ही चंगा लगदा जिहड़ा बंदा चंगा लगदा। ते की असीं जिहड़ा हुक्म है ਉਹ ਚੰਗਾ ਤਾਂ ਲੱਗੇਗਾ ਜੇ ਅਕਾਲ ਪੁਰਖ ਸਾਨੂੰ ਚੰਗਾ ਲੱਗੇਗਾ, ਤੇ ਅਕਾਲ ਪੁਰਖ ਨਾਲ ਸਾਨੂੰ ਇਹ ਰਿਸ਼ਤਾ ਬਣਾਉਣਾ ਪਏਗਾ ਪਿਆਰ ਦਾ। ਤਾਂ ਫਿਰ ਸਾਡੇ ਕੋਲ ਰਸਤਾ ਕੀ ਹੈ? ਸਤਿਗੁਰੂ ਜੀ ਰਸਤਾ ਕੀ ਦੱਸ? ਸਤਿਗੁਰੂ ਜੀ ਕਹਿ ਰਹੇ ਹਨ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾ। ਹਾਂਜੀ, ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ। ਹੁਣ ਸਤਿਗੁਰੂ ਜੀ ਨੇ ਇੱਥੇ ਸਾਨੂੰ ਸਮਝਾਇਆ ਹੈ ਕਿ ਉਹਦੇ ਨਾਲ ਸਾਡਾ ਪਿਆਰ ਪੈ ਜਾਵੇ, ਉਹਦੇ ਅਸੀਂ ਗੁਣ ਗਾਈਏ। ਅੰਮ੍ਰਿਤ ਵੇਲੇ ਦਾ ਸਮਾਂ ਸਤਿਗੁਰੂ ਨੇ ਦੱਸਿਆ ਹੈ, ਉਹਦੇ ਨਾਮ ਦਾ, ਅਕਾਲ ਪੁਰਖ ਦੀਆਂ ਵਡਿਆਈਆਂ ਗਾਉਣ ਦਾ ਸਮਾਂ ਦੱਸਿਆ ਹੈ ਕਿ ਉਹਦੇ ਵਿੱਚ ਸੱਚ ਨਾਮ, ਉਸ ਸਦਾ ਹੋਂਦ ਵਿੱਚ ਰਹਿਣ ਵਾਲੇ ਵਾਹਿਗੁਰੂ ਜੀ ਦਾ ਸਾਨੂੰ ਨਾਮ ਦਾ ਸਿਮਰਨ ਕਰਨਾ ਜਿਹੜਾ ਹੈ ਉਹ ਜ਼ਰੂਰੀ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਉਹਦੀਆਂ ਵਡਿਆਈਆਂ ਦੇ ਵਿੱਚ ਅਸੀਂ ਜਦੋਂ ਲੀਨ ਹੋ ਜਾਵਾਂਗੇ, ਉਹਦੀਆਂ ਵਡਿਆਈਆਂ ਗਾਉਣ ਲੱਗ ਜਾਵਾਂਗੇ, ਤੇ ਫਿਰ ਉਸ ਅਕਾਲ ਪੁਰਖ ਦੇ ਨਾਲ ਸਾਡਾ ਪਿਆਰ ਪੈ ਜਾਏਗਾ। ਇਹ ਸਤਿਗੁਰੂ ਜੀ ਨੇ ਸਾਨੂੰ ਦੱਸਿਆ ਹੈ। ਹੁਣ ਉਹਦੀਆਂ ਵਡਿਆਈਆਂ ਗਾਉਣ ਦੀ ਜਦੋਂ ਗੱਲ ਕੀਤੀ ਤੇ ਸਤਿਗੁਰੂ ਜੀ ਨੇ ਸਾਨੂੰ ਦੱਸਿਆ ਹੈ ਕਿ ਤੀਜੀ ਪੌੜੀ ਦੇ ਵਿੱਚ ਕਿ ਉਸ ਅਕਾਲ ਪੁਰਖ ਦੇ ਤਰ੍ਹਾਂ ਤਰ੍ਹਾਂ ਦੇ ਗੁਣਾਂ ਨੂੰ ਆਧਾਰ ਬਣਾ ਕੇ ਉਹਦੀ ਪ੍ਰਸੰਨਤਾ ਪ੍ਰਾਪਤ ਕਰਨ ਦੇ ਲਈ
ਬਹੁਤ ਸਾਰੇ ਲੋਕ ਉਹਦੇ ਗੁਣ ਗਾ ਰਹੇ ਹਨ, ਭਾਵ ਉਹਨੂੰ ਉਸੇ ਨਜ਼ਰ ਨਾਲ ਦੇਖ ਰਹੇ। ਗਾਵੇ ਕੋ ਤਾਣ, ਭਾਵ ਜਿਹਨੂੰ ਕਿ ਉਹਦਾ ਬਲ ਜਿਹੜਾ ਹੈ ਉਹੀ ਨਜ਼ਰ ਆ ਰਿਹਾ, ਤੇ ਫਿਰ ਹੋਵੇ ਕਿਸੇ ਤਾਣ ਜਿਹਦੇ ਚ ਤਾਣ ਹੈਗਾ, ਉਹਨੂੰ ਅਕਾਲ ਪੁਰਖ ਤਾਣ ਵਾਲਾ ਹੀ ਦੱਸਦਾ। ਫਿਰ ਉਹਦੇ ਲਈ ਅਕਾਲ ਪੁਰਖ ਦਾ ਸਭ ਤੋਂ ਵੱਡਾ ਗੁਣ ਤਾਣ ਦਾ ਹੀ ਹੋ ਗਿਆ। ਕੋਈ ਦਾਤ ਨੂੰ, ਕੋਈ ਉਹਦੇ ਵਡਿਆਈਆਂ ਦੇਣ ਵਾਲੇ ਨੂੰ, ਵਿਦਿਆ ਦੇ ਦਾਤੇ ਦੇ ਗੁਣ ਨੂੰ, ਇਹਨਾਂ ਸਾਰੇ ਗੁਣਾਂ ਨੂੰ ਉਹ ਲੈ ਕੇ ਗਾ ਰਹੇ। ਤਾਂ ਹਰ ਕੋਈ ਆਪੋ ਆਪਣੀ ਨਜ਼ਰ ਦੇ ਨਾਲ ਉਸ ਦਾ ਅੰਦਾਜ਼ਾ ਲਗਾਉਂਦਾ ਹੈ ਤੇ ਉਹਦੇ ਗੁਣ ਗਾ ਰਿਹਾ। ਪਰ ਪ੍ਰਭੂ ਅਕਾਲ ਪੁਰਖ ਇਹਨਾਂ ਸਾਰਿਆਂ ਨੂੰ ਗੁਣ ਗਾਉਂਦੇ ਹੋਏ ਦੇਖ ਵੀ ਰਿਹਾ ਹੈ। ਤੇ ਅੰਤਲੀਆਂ 2 ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਸਾਨੂੰ ਕਹਿ ਰਹੇ ਹਨ ਕਿ ਉਹ ਉਹਨਾਂ ਨੂੰ ਦੇਖ ਵੀ ਰਿਹਾ ਹੈ, ਪਰ ਅਸਲ ਦੇ ਵਿੱਚ ਹੋ ਕੀ ਰਿਹਾ ਹੈ ਕਿ ਸਤਿਗੁਰੂ ਜੀ ਕਹਿੰਦੇ ਹਨ ਕਿ ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰ। ਉਹ ਪ੍ਰਭੂ ਸਭ ਨੂੰ ਦੇਖ ਕੇ ਵਿਗਸ ਰਿਹਾ ਔਰ ਆਪਣਾ ਹੁਕਮ ਵਰਤਾਈ ਜਾ ਰਿਹਾ। ਤੋ ਸਤਿਗੁਰੂ ਜੀ ਨੇ ਇਹਨਾਂ ਸਾਰੇ ਢੰਗਾਂ ਦੇ ਸਾਹਮਣੇ ਕਿ ਉਸ ਦੇ ਕਿਸੇ ਇੱਕ ਗੁਣ ਨੂੰ ਲੈ ਕੇ, ਉਹਦੇ ਦਾਤੇ ਹੋਣ ਦੇ ਗੁਣ ਨੂੰ, ਉਹਦੇ ਦੂਰ ਜਾਂ ਹਜ਼ੂਰ ਹੋਣ ਦੇ ਗੁਣ ਨੂੰ, ਉਹ ਸਾਰੇ ਗੁਣਾਂ ਦੇ ਸਾਹਮਣੇ ਸਤਿਗੁਰੂ ਜੀ ਨੇ ਜੋ ਸਾਨੂੰ ਢੰਗ ਦੱਸਿਆ ਹੈ, ਗੁਰਮਤਿ ਦੇ ਵਿੱਚ ਜੋ ਪ੍ਰਵਾਨਿਤ ਹੈ, ਉਹ ਅਗਲੀ ਪੌੜੀ ਦੇ ਵਿੱਚ ਦੱਸਿਆ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੋ ਇਹ ਜੋ ਸਤਿਗੁਰੂ ਜੀ ਨੇ ਸਾਨੂੰ ਢੰਗ ਦੱਸਿਆ ਹੈ ਕਿ ਉਸ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰਨਾ, ਉਹਦੀਆਂ ਵਡਿਆਈਆਂ ਗਾਉਣੀਆਂ ਹਨ ਔਰ ਉਹਦੇ ਨਾਮ ਦੇ ਨਾਲ ਜੁੜਨਾ। ਤੋ ਜਦੋਂ ਅਸੀਂ ਉਹਦੇ ਨਾਲ ਜੁੜਾਂਗੇ, ਉਹਦੀਆਂ ਵਡਿਆਈਆਂ ਗਾਵਾਂਗੇ, ਉਹਦੇ ਨਾਮ ਦੇ ਨਾਲ, ਸੱਚ ਨਾਮ, ਤਾਂ ਅਸੀਂ ਜਦੋਂ ਉਹ ਨਾਮ ਦਾ ਭਾਵ ਇਹ ਹੈ ਕਿ ਉਹਦੇ ਵਿੱਚ ਉਸ ਅਕਾਲ ਪੁਰਖ ਦੇ ਸਾਰੇ ਗੁਣਾਂ ਦੇ ਵਿੱਚ ਜਿਹੜੀ ਸਾਡੀ ਵਿਸਮਾਦ ਦੀ ਅਵਸਥਾ ਬਣਦੀ ਹੈ, ਉਹ ਅਵਸਥਾ ਦੇ ਵਿੱਚ ਅਸੀਂ ਉਸ ਅਕਾਲ ਪੁਰਖ ਦੀਆਂ ਵਡਿਆਈਆਂ ਦੀ ਵਿਚਾਰ ਕਰਨੀ ਹੈ। ਤੇ ਜਦੋਂ ਸਾਡੇ ਅੰਦਰ ਉਸ ਅਕਾਲ ਪੁਰਖ ਦੇ ਨਾਲ ਪਿਆਰ ਪੈ ਜਾਵੇਗਾ, ਅਸੀਂ ਉਹਦੇ ਗੁਣ ਗਾਉਂਦੇ ਹਾਂ, ਸਾਡੇ ਵਿੱਚ ਉਹਦੇ ਗੁਣ ਗਾਉਣ ਦੇ ਨਾਲ ਸਾਡੇ ਵਿੱਚ ਵੀ ਗੁਣ ਆਉਣੇ ਸ਼ੁਰੂ ਹੋ ਜਾਣਗੇ। ਤੇ ਅਕਾਲ ਪੁਰਖ ਦਾ ਜੋ ਅਸੀਂ ਕਹੀਏ ਕਿ ਜਿੱਤ ਸੁਣ ਧਰੈ ਪਿਆਰ ਵਾਲੀ ਗੱਲ ਹੈ, ਜਦੋਂ ਅਕਾਲ ਪੁਰਖ ਨੂੰ ਅਸੀਂ ਚੰਗੇ ਲੱਗਣ ਲੱਗ ਪਏ ਤਾਂ ਫਿਰ ਜਿੱਤ ਦਿਸੈ ਦਰਬਾਰ ਵਾਲੀ ਅਵਸਥਾ ਆ ਜਾਏਗੀ ਕਿ ਸਾਨੂੰ ਉਹਦੇ ਦਰਬਾਰ ਦੀ ਪ੍ਰਾਪਤੀ ਹੋ ਜਾਵੇਗੀ, ਉਹਦੇ ਅਸੀਂ ਹਜ਼ੂਰੀ ਦੇ ਵਿੱਚ ਪਹੁੰਚ ਜਾਵਾਂਗੇ। ਅੱਗੇ ਵੀ ਜੋ ਸਤਿਗੁਰੂ ਜੀ ਕਹਿ ਰਹੇ ਹਨ ਕਿ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ, ਕਿਉਂਕਿ ਜੋ ਵੀ ਸਾਨੂੰ ਮਿਲਣਾ ਹੈ ਉਹ ਅਕਾਲ ਪੁਰਖ ਦੀ ਨਜ਼ਰ ਦੇ ਨਾਲ ਹੀ ਮਿਲਣਾ ਹੈ। ਹੁਣ ਇੱਥੇ ਸਤਿਗੁਰੂ ਜੀ ਨੇ 2 ਸ਼ਬਦ ਵਰਤੇ ਹਨ, ਮੋਖ ਤੇ ਦੁਆਰ। ਤੇ ਅੱਗੇ ਸਤਿਗੁਰੂ ਜੀ ਕਹਿ ਰਹੇ ਹਨ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆ। ਹੁਣ ਮੋਖ ਦਾ ਸਿਧਾਂਤ ਜੋ ਹੈ, ਸਾਡੇ ਬਹੁਤ ਸਾਰੇ ਧਰਮਾਂ ਦੇ ਵਿੱਚ ਮੁਕਤੀ ਦਾ ਸਿਧਾਂਤ ਹੈ, ਸਵਰਗ ਨਰਕ ਆਦਿਕ ਦਾ ਸਿਧਾਂਤ ਹੈ। ਤੇ ਇੱਥੇ ਸਤਿਗੁਰੂ ਜੀ ਨੇ ਸਾਨੂੰ ਕੀ ਸਿਧਾਂਤ ਦਿੱਤਾ ਹੈ ਕਿ ਨਦਰੀ ਮੋਖ ਦੁਆਰ। ਇੱਥੇ ਮੋਖ ਦਾ ਦੁਆਰ ਨਹੀਂ ਹੈ, ਮੋਖ ਅਲੱਗ ਨਾਉਨ ਹੈ ਤੇ ਦੁਆਰ ਦੂਜਾ ਨਾਉਨ ਹੈ, ਕਿਉਂਕਿ ਅਕਾਲ ਪੁਰਖ ਦੇ ਹਜ਼ੂਰੀ ਵਿੱਚ ਵਸਣਾ ਹੀ ਜੋ ਹੈ ਉਹ ਸਾਡੀ ਪ੍ਰਾਪਤੀ ਗਿਣੀ ਜਾ ਸਕਦੀ ਹੈ। ਦੁਆਰ ਦਾ ਅਰਥ ਇਹੀ ਹੈ। ਇਸ ਤੋਂ ਪਹਿਲਾਂ ਵੀ ਸਤਿਗੁਰੂ ਜੀ ਨੇ ਇੱਥੇ ਜ਼ਿਕਰ ਕੀਤਾ ਹੈ, ਜਿੱਤ ਦਿਸੈ ਦਰਬਾਰ। ਤਾਂ ਉਸ ਅਕਾਲ ਪੁਰਖ ਦੀ ਹਜ਼ੂਰੀ ਦੇ ਵਿੱਚ ਪਹੁੰਚਣ ਦੀ ਗੱਲ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਉਸ ਅਕਾਲ ਪੁਰਖ ਦੀ ਨਜ਼ਰ ਦੇ ਪਾਤਰ ਬਣ ਜਾਂਦੇ ਹਾਂ ਤਾਂ ਸਾਡੀ ਅਵਸਥਾ ਕਿਹੋ ਜਿਹੀ ਬਣਦੀ ਹੈ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਤੋ ਜੋ ਸਚਿਆਰ ਦਾ ਭਾਵ ਉਹ ਸਦਾ ਹੋਂਦ ਵਿੱਚ ਰਹਿਣ ਵਾਲਾ ਸਚਿਆਰ ਅਕਾਲ ਪੁਰਖ, ਫਿਰ ਇਹ ਸਮਝ ਲੱਗ ਜਾਂਦੀ ਹੈ, ਏਵੈ ਜਾਣੀਐ ਕਿ ਹਰ ਥਾਂ ਦੇ ਉੱਤੇ ਇਸ ਪੂਰੇ ਜਗਤ ਦੇ ਵਿੱਚ, ਪੂਰੀ ਕੁਦਰਤ ਦੇ ਵਿੱਚ ਉਹ ਅਕਾਲ ਪੁਰਖ ਹੀ ਵਰਤ ਰਿਹਾ ਹੈ। ਇਹ ਸਭ ਉਹੀ ਹੈ। ਹਰ ਥਾਂ ਤੇ ਉਹਦੀ ਹਾਜ਼ਰੀ ਜਿਹੜੀ ਹੈ ਉਹ ਸਾਨੂੰ ਦਿਸਣੀ ਸ਼ੁਰੂ ਹੋ ਜਾਂਦੀ ਹੈ। ਭਾਵ ਸਾਡਾ ਜੀਵਨ ਜੋ ਹੈ ਉਹ ਸਾਡੀ ਜਿਹੜੀ ਹਜ਼ੂਰੀ ਹੈ ਉਹਦੇ ਵਿੱਚ ਹੋ ਜਾਂਦੀ ਹੈ, ਸਾਡਾ ਜੀਵਨ ਹਜ਼ੂਰੀ ਦਾ ਹੋ ਜਾਂਦਾ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਸਚਿਆਰ ਪ੍ਰਭੂ ਦੀ
ਹੋਂਦ ਜਿਹੜੀ ਹੈ ਸਾਨੂੰ ਹਰ ਥਾਂ ਤੇ ਸਭ ਆਪੇ ਸਚਿਆਰ ਉਹ ਦਿਸਣੀ ਸ਼ੁਰੂ ਹੋ ਜਾਂਦੀ ਹੈ। ਇਹੀ ਅਸਲ ਦੇ ਵਿੱਚ ਜਿਤ ਦਿਸੈ ਦਰਬਾਰ ਦੀ ਅਵਸਥਾ ਹੈ। ਤੇ ਇਹੀ ਅਸੀਂ ਕਹਿ ਲਈਏ ਕਿ ਜਿਹਨੂੰ ਮੋਖ ਕਿਹਾ ਗਿਆ ਹੈ ਉਹਦੀ ਅਵਸਥਾ ਹੈ। ਕਿਉਂਕਿ ਜਦੋਂ ਅਕਾਲ ਪੁਰਖ ਅਸੀਂ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਹੋਵਾਂਗੇ ਤੇ ਇਸ ਜਗਤ ਦੇ ਮਾਇਆ ਦੇ ਵਿਕਾਰਾਂ ਦੇ ਇਹ ਸਾਰੇ ਬੰਧਨ ਆਪਣੇ ਆਪ ਟੁੱਟ ਜਾਂਦੇ। ਤੋ ਅੱਗੇ ਚੱਲੀਏ ਜੀ। ਅੱਗੇ 5ਵੀਂ ਤੇ 6ਵੀਂ ਪੌੜੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ। ਇਹਨਾਂ ਦੋਹਾਂ ਪੌੜੀਆਂ ਦੀ ਜੋ ਆਖਰੀ ਪੰਕਤੀਆਂ ਹਨ ਉਹ ਸਾਂਝੀਆਂ ਹਨ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਹੇ ਸਤਿਗੁਰੂ, ਮੈਨੂੰ ਇਹ ਮਤ ਦੇ। ਬੁਝਾਈ ਦਾ ਭਾਵ ਹੈ ਕਿ ਮੇਰੀ ਮਤ ਦੇ ਵਿੱਚ ਸਿੱਖਿਆ ਆਪਣੀ ਬਿਠਾ ਦੇ ਕਿ ਸਭਨਾ ਜੀਆਂ ਕਾ ਇੱਕ ਦਾਤਾ, ਉਹ ਜੋ ਦਾਤਾਰ ਪ੍ਰਭੂ ਹੈ, ਜੋ ਇੱਕੋ ਇੱਕ ਦਾਤਾਰ ਹੈ, ਸੋ ਮੈਂ ਵਿਸਰ ਨਾ ਜਾਏ। ਤੋ ਸਤਿਗੁਰੂ ਜੀ ਸਾਨੂੰ ਉਹਦੇ ਗੁਣ ਗਾਉਣ ਦੀ ਜਿਹੜੀ ਸਿੱਖਿਆ ਇਸ ਤੋਂ ਪਹਿਲਾਂ ਦਿੱਤੀ ਹੈ, ਹੁਣ ਉਸੇ ਗੱਲ ਨੂੰ ਅੱਗੇ ਲੈ ਕੇ ਸਤਿਗੁਰੂ ਚੱਲਦੇ ਹਨ ਕਿ ਹੁਣ ਗੁਰੂ ਦੇ ਕੋਲੋਂ ਉਹ ਮਤ ਗ੍ਰਹਿਣ ਕਰ ਭਾਈ ਕਿ ਤੇਰੇ ਹਿਰਦੇ ਦੇ ਵਿੱਚੋਂ, ਤੇਰੇ ਸੁਰਤੀ ਦੇ ਵਿੱਚੋਂ, ਸੁਰਤ ਮਤ ਬੁੱਧ ਜੋ ਵੀ ਆਪਾਂ ਕਹਿ ਲਈਏ, ਉਹਦੇ ਵਿੱਚੋਂ ਅਕਾਲ ਪੁਰਖ ਦੀ ਯਾਦ ਜਿਹੜੀ ਹੈ ਉਹ ਕਦੇ ਵਿਸਰੇ ਨਾ। ਉਹ ਹਮੇਸ਼ਾ ਉਹਦੇ ਜੋ ਹੈ ਆਪਣਾ ਅਕਾਲ ਪੁਰਖ ਦੇ ਹਜ਼ੂਰੀ ਦੇ ਵਿੱਚ ਰਵੇ, ਉਹ ਹਮੇਸ਼ਾ ਯਾਦ ਰਵੇ। ਅਕਾਲ ਪੁਰਖ ਤੇਰੇ ਹਿਰਦੇ ਦੇ ਵਿੱਚ, ਤੇਰੀ ਸੁਰਤ ਦੇ ਵਿੱਚ ਹਮੇਸ਼ਾ ਰਵੇ, ਵਿਸਰੇ ਨਾ। ਤੇ ਹੁਣ ਸਤਿਗੁਰੂ ਜੀ ਜਦੋਂ ਇਹ ਕਹਿ ਰਹੇ ਹਨ, ਦੋਹਾਂ ਪੌੜੀਆਂ ਦੇ ਵਿੱਚ ਸਤਿਗੁਰੂ ਜੀ ਨੇ ਇਹੀ ਅੰਤਲੀਆਂ ਪੰਕਤੀਆਂ ਦੇ ਵਿੱਚ ਸਿੱਖਿਆ ਦਿੱਤੀ ਹੈ ਕਿ ਹੁਣ ਅਗਲਾ ਸਟੈਪ ਇਹ ਹੈ ਕਿ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਅਸੀਂ ਉਹ ਸਿੱਖਿਆ, ਉਹ ਮਤ ਪ੍ਰਾਪਤ ਕਰੀਏ, ਜਿਸ ਦੇ ਨਾਲ ਉਸ ਪ੍ਰਭੂ ਦੀ ਯਾਦ ਪੱਕੇ ਤੌਰ ਦੇ ਉੱਤੇ ਸਾਡੇ ਹਿਰਦੇ ਦੇ ਵਿੱਚ ਵਸ ਜਾਏ। ਪਰ ਨਾਲ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਨਾ ਸਮਝੀ ਕਿ ਕਿਤੇ ਕੋਈ ਮੂਰਤੀਆਂ ਦੀ ਪੂਜਾ ਵਿੱਚ ਤੂੰ ਪੈ ਜਾਵੇਂ, ਜਾਂ ਤੂੰ ਉਸ ਦੇ ਗੁਣ ਗਾਈ ਜਾਵੇਂ ਤੇ ਮਨ ਵਿੱਚ ਪ੍ਰੇਮ ਰੱਖੇ, ਉਹਦੀ ਪੂਜਾ ਵਿੱਚ ਨਾ ਪੈ ਜਾਵੇਂ, ਸਿਰਫ ਉਹਦੇ ਗੁਣ ਗਾਈ ਜਾਏ, ਹੋਰ ਕੁਛ ਨਹੀਂ ਤੂੰ ਕਰਨਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਕਿਉਂ? ਸਤ ਆਪੇ ਆਪ ਨਿਰੰਜਨ। ਕਿਉਂਕਿ ਅਕਾਲ ਪੁਰਖ ਹੀ ਹੈ, ਉਸ ਤੋਂ ਇਲਾਵਾ ਕੋਈ ਦੇਵੀ ਦੇਵਤਾ ਔਰ ਅਸੀਂ ਮੂਰਤੀਆਂ ਬਣਾ ਕੇ ਉਹਦੀ ਯਾਦ ਦੇ ਵਿੱਚ ਨਹੀਂ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਤਾਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਉਸ ਗੁਣੀ ਨਿਧਾਨ ਪਰਮਾਤਮਾ ਦੇ ਨਾਲ ਅਸੀਂ ਜੁੜਨਾ ਹੈ। ਮਨ ਦੇ ਵਿੱਚ ਪ੍ਰੇਮ ਰੱਖੋ, ਗਾਵੀਐ ਸੁਣੀਐ, ਮਨ ਰੱਖੀਐ ਭਾਉ। ਤੋ ਪ੍ਰੇਮ ਰੱਖ। ਇਹ ਸਾਰੇ ਦੇਵੀ ਦੇਵਤੇ ਜਿਨ੍ਹਾਂ ਦਾ ਅੱਗੇ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ, ਇਹਨਾਂ ਨੂੰ ਛੱਡ ਕੇ ਇੱਕ ਪਾਸੇ ਗੁਰੂ ਰੱਖ, ਕਿਉਂਕਿ ਗੁਰੂ ਕੋਲੋਂ ਹੀ ਤੈਨੂੰ ਇਹ ਮਤ ਪ੍ਰਾਪਤ ਹੋਣੀ। ਚਾਹੇ ਕੋਈ ਦੇਵੀ ਹੈ, ਦੇਵਤਾ ਹੈ, ਕੋਈ ਗਿਆਨ ਦਾ ਸੋਰਸ ਹੈ, ਕੁਝ ਵੀ ਕਹਿ ਲਈਏ, ਅਸੀਂ ਸਤਿਗੁਰੂ ਜੀ ਕਹਿੰਦੇ ਹਨ ਕਿ ਤੂੰ ਇਹਨਾਂ ਚੱਕਰਾਂ ਦੇ ਵਿੱਚ ਨਹੀਂ ਪੈਣਾ, ਕੇਵਲ ਗੁਰੂ ਦੇ ਰਸਤੇ ਦੇ ਉੱਤੇ ਤੁਰਨਾ ਹੈ, ਗੁਰੂ ਦੇ ਦੱਸੇ ਰਾਹ ਦੇ ਉੱਤੇ ਤੁਰਨਾ ਹੈ। ਤੋ ਇਸ ਕਰਕੇ ਜਦੋਂ ਉਹ ਗੁਰੂ ਤੋਂ ਮਤ ਲੈਣੀ ਹੈ ਤਾਂ ਸਾਡਾ ਹਰ ਦੇਵੀ ਦੇਵਤਾ, ਹਰ ਗਿਆਨ ਦਾ ਸੋਰਸ ਉਹ ਗੁਰੂ ਹੋਵੇ। ਸਾਨੂੰ ਸਵਾਏ ਗੁਰੂ ਤੋਂ ਹੋਰ ਕਿਤੋਂ ਵੀ ਕੁਝ ਨਹੀਂ ਮਿਲਣਾ, ਤਾਂ ਸਾਡਾ ਸਭ ਕੁਝ ਗੁਰੂ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਉਹਦੇ ਦੱਸੇ ਰਾਹ ਤੇ ਤੁਰ, ਉਹਦੇ ਦੱਸੇ ਰਾਹ ਤੇ ਤੁਰ ਕੇ ਉਹ ਅਕਾਲ ਪੁਰਖ ਦੇ ਗੁਣ ਗਾ, ਤੇ ਤੇਰੇ ਜੋ ਸਾਰੇ ਦੁੱਖਾਂ ਦਾ ਨਾਸ਼ ਹੋਵੇਗਾ, ਤੈਨੂੰ ਸੁੱਖ ਵੀ ਪ੍ਰਾਪਤ ਹੋਵੇਗਾ ਤੇ ਮਾਨ ਵੀ ਪ੍ਰਾਪਤ ਹੋਵੇਗਾ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ, ਮਨ ਰੱਖੀਐ ਭਾਉ, ਦੁੱਖ ਹਰ ਪਰ ਹਰ, ਸੁਖ ਕਰ ਲੈ ਜਾਏ। ਤੋ ਇੱਕ ਉਪਦੇਸ਼ ਜੋ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ ਕਿ ਹੁਣ ਸਾਡੀ ਉਹ ਅਵਸਥਾ ਬਣਨੀ ਚਾਹੀਦੀ ਹੈ ਕਿ ਗੁਰੂ ਦਾ ਉਪਦੇਸ਼ ਲੈ ਕੇ ਅਸੀਂ ਆਪਣੇ ਮਨ ਦੇ ਵਿੱਚੋਂ, ਹਿਰਦੇ ਵਿੱਚੋਂ, ਸੁਰਤ ਵਿੱਚੋਂ ਉਸ ਅਕਾਲ ਪੁਰਖ ਦੀ ਯਾਦ ਨੂੰ ਨਾ ਵਿਸਾਰੀਏ। ਔਰ ਦੂਜੀ ਜਿਹੜੀ ਗੱਲ ਤੋਂ ਸਾਨੂੰ ਸਤਿਗੁਰਾਂ ਨੇ ਕੌਸ਼ਨ ਕੀਤਾ ਹੈ ਕਿ ਕੋਈ ਤੀਰਥਾਂ ਦੇ ਚੱਕਰ ਵਿੱਚ ਵੀ ਨਾ ਪੈ ਜਾਓ।
ਇਹ ਨਹੀਂ ਕਿ ਸਤਿਗੁਰਾਂ ਨੇ ਕੋਈ ਸਿਰਫ ਇੱਕ ਕਿਸਮ ਦੇ ਤੀਰਥ ਤੋਂ ਰੋਕਿਆ ਹੈ। ਉਹ ਹਰ ਕਿਸਮ ਦੇ ਤੀਰਥਾਂ ਤੋਂ ਸਾਨੂੰ ਸਤਿਗੁਰੂ ਜੀ ਨੇ ਕੌਸ਼ਨ ਕੀਤਾ ਹੈ ਕਿ ਤੀਰਥਾਂ ਤੋਂ ਤੈਨੂੰ ਕਿਵੇਂ ਕੁਝ ਪ੍ਰਾਪਤ ਹੋ ਜਾਏਗਾ। ਪ੍ਰਾਪਤ ਤਾਂ ਜੋ ਵੀ ਅਸੀਂ ਲੈਣਾ ਹੈ ਉਹ ਜੇ ਅਕਾਲ ਪੁਰਖ ਨੂੰ ਚੰਗਾ ਲੱਗੇਗਾ ਤੇ ਤਾਂ ਹੀ ਸਾਡੇ ਤੀਰਥਾਂ ਤੇ ਜਾਣ ਦਾ ਫਾਇਦਾ ਹੈ ਨਾ। ਤਾਂ ਇਹ ਦੇਖ ਕੇ ਤੈਨੂੰ ਉਥੋਂ ਪ੍ਰਾਪਤ ਕੀ ਹੋ ਰਿਹਾ, ਤਾਂ ਉਹਦੇ ਤੇ ਉਹਦੇ ਨਜ਼ਰਾਂ ਦੇ ਵਿੱਚ ਪ੍ਰਵਾਨ ਹੋਣ ਦੇ ਲਈ ਸਾਨੂੰ ਕੇਵਲ ਇੱਕੋ ਹੀ ਚੀਜ਼ ਦੀ ਲੋੜ ਹੈ ਕਿ ਗੁਰੂ ਦੀ ਸਿੱਖਿਆ ਦੇ ਉੱਤੇ ਚੱਲ ਕੇ ਆਪਣੀ ਮੱਤ ਨੂੰ ਗੁਣਾਂ ਨਾਲ ਭਰੀਏ। ਗੁਣਾਂ ਨਾਲ ਭਰੀਏ ਦਾ ਭਾਵ ਹੈ ਕਿ ਹਾਂਜੀ ਅੱਗੇ ਜੀ ਇਸ ਤੋਂ ਅਗਲੀ ਪੌੜੀ ਤੇ ਜੀ ਕਿ ਜੋ ਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ ਆਪਣੇ ਮੱਤ ਦੇ ਵਿੱਚ ਗੁਣਾਂ ਨੂੰ ਲਿਆਈਏ। ਸਤਿਗੁਰੂ ਕਹਿੰਦੇ ਹਨ ਕਿ ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣ। ਤੂੰ ਤੀਰਥਾਂ ਦੇ ਨਾਲ ਕੀ ਤੇਰੇ ਅੰਦਰ ਗੁਣ ਸਮਾਉਂਦੇ ਹਨ? ਕੀ ਤੇਰੇ ਅੰਦਰ ਗੁਣ ਪੈਦਾ ਹੋ ਰਹੇ ਹਨ? ਗੁਣ ਤਾਂ ਪੈਦਾ ਹੋਣੇ ਹਨ ਗੁਰੂ ਦੀ ਸਿੱਖ ਸੁਣ ਕੇ, ਉਹਦੀ ਮੱਤ ਲੈ ਕੇ, ਉਹਦੀ ਗੁਰੂ ਦੀ ਸਿੱਖਿਆ ਦੇ ਉੱਤੇ ਚੱਲ ਕੇ। ਤੋ ਆਪਣੀ ਮੱਤ ਨੂੰ ਗੁਣਾਂ ਨਾਲ ਭਰ, ਕਿਉਂਕਿ ਇਹ ਜਿਹੜੇ ਗੁਣ ਹਨ ਉਹ ਰਤਨਾ ਜਵਾਹਰਾਂ ਤੋਂ ਵੀ ਜ਼ਿਆਦਾ ਕੀਮਤੀ ਹਨ। ਤੋ ਸਭ ਤੋਂ ਕੀਮਤੀ ਸਿੱਖਿਆ ਤੇ ਤੇਰੀ ਇਹ ਹੈ ਕਿ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਤੋ ਹੁਣ ਇਹ ਦੋ ਪੌੜੀਆਂ ਦੇ ਵਿੱਚ ਸਤਿਗੁਰੂ ਜੀ ਸਾਨੂੰ ਬਾਰ-ਬਾਰ ਇਹ ਪ੍ਰੇਰਨਾ ਕਰ ਰਹੇ ਹਨ ਕਿ ਹੋਰ ਚੀਜ਼ਾਂ ਦੇ ਚੱਕਰਾਂ ਦੇ ਵਿੱਚ ਨਾ ਪੈ, ਕੇਵਲ ਗੁਰੂ ਦੀ ਸਿੱਖਿਆ ਪ੍ਰਾਪਤ ਕਰ। ਉਹਦੀ ਸਿੱਖਿਆ ਪ੍ਰਾਪਤ ਕਰਕੇ ਉਸ ਪ੍ਰਭੂ ਦਾਤਾਰ ਪ੍ਰਭੂ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਵਸਾ। ਤੋ ਅਗਲੀ ਪੌੜੀ ਜੋ 7ਵੀਂ ਪੌੜੀ ਹੈ ਉਹਦੇ ਵਿੱਚ ਸਤਿਗੁਰੂ ਜੀ ਸਾਨੂੰ ਫਿਰ ਸਮਝਾ ਰਹੇ ਹਨ ਕਿ ਤੂੰ ਕਿਤੇ ਉਹ ਗਲਤੀ ਨਾ ਕਰ ਬੈਠੇ ਜਿਹੜੀ ਪਰਮਾਰਥ ਦੇ ਰਾਹ ਦੇ ਉੱਤੇ ਚੱਲਣ ਵਾਲੇ ਲੋਕ ਅਕਸਰ ਕਰ ਬੈਠਦੇ। ਔਰ ਉਹ ਗਲਤੀ ਕੀ ਹੈ ਕਿ ਜਦੋਂ ਇਸ ਰਸਤੇ ਦੇ ਉੱਤੇ ਤੁਰਦੇ ਨੇ ਫਿਰ ਉਹ ਕਿਹਨਾਂ ਚੀਜ਼ਾਂ ਦੇ ਵਿੱਚ ਫਸ ਕੇ ਰੁਕ ਜਾਂਦੀ ਹੈ। ਉਹਨਾਂ ਦੀ ਜੋ ਪ੍ਰੋਗਰੈਸ ਹੈ ਕਿਸ ਚੀਜ਼ਾਂ ਤੇ ਰੁਕ ਜਾਂਦੀ ਹੈ। ਲੰਬੀਆਂ ਉਮਰਾਂ ਦੇ ਚੱਕਰ ਹੋ ਗਏ, ਜਗਤ ਦੇ ਵਿੱਚ ਮਾਣ ਸਤਿਕਾਰ ਪ੍ਰਤਿਸ਼ਠਾ ਉਹ ਚੰਗੀ ਲੱਗਣੀ ਸ਼ੁਰੂ ਹੋ ਗਈ, ਚੇਲੇ ਚਾਟੜੇ ਨਾਲ ਤੁਰਨ ਵਾਲੇ ਹੋ ਗਏ, ਜਿੱਥੇ ਜਾਏ ਮਾਣ ਸਤਿਕਾਰ ਹੋ ਗਏ। ਇਹ ਸਾਰੀਆਂ ਚੀਜ਼ਾਂ ਜੋ ਹਨ ਇਹ ਇਸ ਧਰਮ ਦੇ ਰਸਤੇ ਉੱਤੇ ਚੱਲਣ ਵਾਲਿਆਂ ਨੂੰ ਵੀ ਓਨੀਆਂ ਹੀ ਚੰਬੜੀਆਂ ਹੋਈਆਂ ਹਨ ਜਿੰਨੀਆਂ ਇਸ ਜਗਤ ਦੇ ਵਿੱਚ ਜਿਹੜੇ ਬੰਦੇ ਵੱਡੇ ਕਹੇ ਜਾਂਦੇ ਹਨ ਉਹਨਾਂ ਨੂੰ ਚੰਬੜੀਆਂ ਹੋਈਆਂ। ਕੋਈ ਫਰਕ ਨਹੀਂ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਨ ਇਹ ਸਾਰੀਆਂ ਚੀਜ਼ਾਂ ਚਾਹੇ ਤੈਨੂੰ ਜਗਤ ਵਿੱਚ ਮਿਲਣ, ਚਾਹੇ ਧਾਰਮਿਕ ਰਸਤੇ ਤੇ ਚੱਲ ਕੇ ਮਿਲਣ, ਇਹ ਚੀਜ਼ਾਂ ਨਿਗੂਣੀਆਂ ਹਨ। ਕਿਉਂਕਿ ਅਸਲ ਗੱਲ ਕੀ ਹੈ, ਜੇ ਤਿਸ ਨਦਰ ਨਾ ਆਵੇ, ਜੇ ਉਸ ਅਕਾਲ ਪੁਰਖ ਦੀ ਨਜ਼ਰ, ਮਿਹਰ ਦੀ ਨਜ਼ਰ ਦੇ ਵਿੱਚ ਨਹੀਂ ਆਏ ਤਾਂ ਫਿਰ ਇਹ ਸਭ ਨਿਗੂਣੀਆਂ ਹਨ। ਤੇ ਇਹ ਸਭ ਕੁਝ ਕਰਨ ਵਾਲਾ ਕੌਣ ਹੈ? ਉਹ ਕੀਟਾਂ ਅੰਦਰ ਕੀਟ ਹੈ, ਭਾਵ ਕੀੜਿਆਂ ਤੋਂ ਵੀ ਨਿਗੂਣਾ ਹੈ, ਬਹੁਤ ਛੋਟਾ ਹੈ, ਉਸ ਦੀ ਨਜ਼ਰ ਦੇ ਵਿੱਚ ਉਹਦੀ ਕੋਈ ਹਸਤੀ ਨਹੀਂ ਹੈ। ਕਰ ਦੋਸ਼ੀ ਦੋਸ਼ ਧਰੇ, ਉਹ ਵੱਡਾ ਦੋਸ਼ੀ ਗਿਣਿਆ ਜਾਵੇ। ਉਹ ਦੋਸ਼ੀ ਕਰ ਦੋਸ਼ੀ ਦੋਸ਼ ਧਰੇ, ਭਾਵ ਵੱਡਾ ਦੋਸ਼ੀ ਗਿਣਿਆ ਜਾਂਦਾ ਹੈ। ਕਿਉਂ? ਕਿਉਂਕਿ ਉਹ ਇਹ ਮਾਣ ਪ੍ਰਤਿਸ਼ਠਾ ਜੋ ਕਿ ਹਉਮੈ ਔਰ ਇੱਕ ਕੂੜ ਦੀ ਪਾਲ ਦਾ ਹੀ ਇੱਕ ਹਿੱਸਾ ਹੈ ਉਹਦੇ ਵਿੱਚੋਂ ਫਸ ਗਿਆ। ਮਤਲਬ ਇਹ ਨਾ ਸਮਝ ਲਈ ਕਿ ਇਹ ਲੋਕ ਤੇਰੇ ਨਾਲ ਇਸ ਕਰਕੇ ਤੁਰਦੇ ਨੇ ਕਿ ਤੇਰੇ ਵਿੱਚ ਕੋਈ ਵੱਡਾ ਗੁਣ ਹੈ। ਨਹੀਂ, ਜੇ ਤੇਰੇ ਅੰਦਰ ਕੋਈ ਗੁਣ ਹੈ ਵੀ ਜਿਹਦੇ ਕਰਕੇ ਕੋਈ ਵੀ ਤੈਨੂੰ ਮਾਣ ਸਤਿਕਾਰ ਦੇ ਵੀ ਰਿਹਾ, ਤਾਂ ਇਹ ਮਤ ਭੁੱਲ ਕਿ ਗੁਣਾਂ ਦਾ ਦਾਤਾ ਤਾਂ ਕੇਵਲ ਇੱਕੋ ਹੈ, ਉਹ ਅਕਾਲ ਪੁਰਖ ਨਿਰਗੁਣਿਆ ਹੋਈ। ਜਿਹੜੇ ਨਿਰਗੁਣ ਲੋਕ ਹਨ ਉਹਨਾਂ ਨੂੰ ਵੀ ਗੁਣਵੰਤੇ ਬਣਾ ਦਿੰਦਾ ਹੈ, ਉਹਨਾਂ ਨੂੰ ਵੀ ਵੱਡੇ ਵੱਡੇ ਗੁਣ ਬਖਸ਼ ਦਿੰਦਾ ਹੈ, ਤੇ ਜਿਹੜੇ ਗੁਣਵੰਤੇ ਹਨ ਉਹਨਾਂ ਨੂੰ ਹੋਰ ਗੁਣ ਬਖਸ਼ ਦਿੰਦਾ ਹੈ। ਤੇ ਉਸ ਤੋਂ ਇਲਾਵਾ ਹੋਰ ਕੋਈ ਹੈ ਹੀ ਨਹੀਂ ਜਿਹੜਾ ਕਿਸੇ ਨੂੰ ਗੁਣ ਦੇ ਸਕੇ। ਤੋ ਇਸ ਕਰਕੇ ਉਹ ਜੋ ਵੀ ਤੈਨੂੰ ਸਤਿਕਾਰ ਪ੍ਰਾਪਤ ਹੋ ਵੀ ਜਾਂਦਾ ਹੈ ਜਾਂ ਕੁਝ ਵੀ ਹੈ, ਅਸਲ ਵਿੱਚ ਤਾਂ ਤੇਰੇ ਅੰਦਰ ਉਹਦੇ ਕਰਕੇ ਨਿਮਰਤਾ ਆਣੀ ਚਾਹੀਦੀ ਸੀ। ਤੈਨੂੰ
ਦੁਨੀਆ ਦੀ ਮਾਣ ਪ੍ਰਤਿਸ਼ਠਾ ਦੀ ਇੱਛਾ ਪੈਦਾ ਨਹੀਂ ਆਣੀ ਚਾਹੀਦੀ ਸੀ। ਤੇਰੇ ਅੰਦਰ ਇਹ ਭਾਵਨਾ ਪੈਦਾ ਹੋਣੀ ਚਾਹੀਦੀ ਸੀ ਕਿ ਹੇ ਅਕਾਲ ਪੁਰਖ, ਤੂੰ ਕਿੰਨਾ ਦਿਆਲ ਹੈ, ਕਿੰਨਾ ਬਖਸ਼ਿੰਦ ਹੈ, ਕਿੱਡਾ ਵੱਡਾ ਦਾਤਾ ਹੈ, ਕਿ ਕੀ ਜੋ ਇਹ ਮੈਨੂੰ ਤੂੰ ਗੁਣ ਇਹ ਬਖਸ਼ੇ ਹਨ। ਤਾਂ ਅਸਲੀਅਤ ਤਾਂ ਇਹ ਹੈ ਕਿ ਉਹ ਗੁਣਾਂ ਦਾ ਦਾਤਾ ਕੇਵਲ ਉਹ ਆਪ ਹੀ ਹੈ। ਸਾਨੂੰ ਹੋਰ ਕੋਈ ਨਹੀਂ ਸੁਝਦਾ ਜਿਹੜਾ ਕਿਸੇ ਦੇ ਅੰਦਰ ਕੋਈ ਗੁਣ ਭਰ ਸਕੇ। ਤਾਂ ਫਿਰ ਸਾਨੂੰ ਕਰਨਾ ਕੀ ਚਾਹੀਦਾ ਹੈ? ਕਰਨ ਦਾ ਢੰਗ ਸਾਨੂੰ ਸਤਿਗੁਰੂ ਪਹਿਲੇ ਦੱਸ ਚੁੱਕੇ ਹਨ ਕਿ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਿ ਹੇ ਸਤਿਗੁਰੂ, ਮੇਰੀ ਮੱਤ ਨੂੰ ਇੰਨਾ ਕੁ ਚੰਗਾ ਬਣਾ ਦੇ, ਇੰਨਾ ਕੁ ਠੀਕ ਕਰ ਦੇ, ਮੇਰੀ ਮੱਤ ਦੇ ਵਿੱਚ ਇਹ ਗੱਲ ਬਿਠਾ ਦੇ ਕਿ ਉਹ ਦਾਤਾਰ ਪ੍ਰਭੂ ਜੋ ਹੈ ਉਹ ਮੈਨੂੰ ਕਦੀ ਵਿਸਰੇ ਨਾ। ਮੈਂ ਹਮੇਸ਼ਾ ਉਹਨੂੰ ਯਾਦ ਕਰਾਂ, ਉਹਦੀ ਹਜ਼ੂਰੀ ਵਿੱਚ ਰਵਾਂ ਤੇ ਆਪਣਾ ਜੀਵਨ ਉਹਦੀ ਹਜ਼ੂਰੀ ਵਿੱਚ ਰਹਿ ਕੇ ਹੀ ਬਿਤਾਵਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਵੀਰ ਪ੍ਰਭ ਕੀਰਤਨ ਸਿੰਘ ਜੀ। ਆਪ ਜੀ ਨੇ ਪੌੜੀ ਵਾਈਜ਼ 7 ਪੌੜੀਆਂ ਤੱਕ ਅੱਜ ਸਾਨੂੰ ਭਾਵ ਸਮਝਾਏ ਹਨ। ਚੈਟ ਦੇ ਵਿੱਚ ਬਹੁਤ ਸਾਰੇ ਕੁਐਸਚਨ ਆ ਰਹੇ ਹਨ ਹੁਕਮ ਬਾਰੇ। ਮੈਂ ਬਹੁਤਾ ਸਮਾਂ ਲੈਂਦਾ ਹੋਇਆ ਸਵਾਲ ਜਵਾਬ ਦੇ ਵਾਲੇ ਪਾਸੇ ਹੀ ਚੱਲਦਾ ਹਾਂ। ਵੀਰ ਐਮਪੀ ਸਿੰਘ ਜੀ, ਆਪ ਜੀ ਦੇ ਸਵਾਲ ਜਵਾਬ ਪੁੱਛਣ ਤੋਂ ਪਹਿਲਾਂ ਬੇਨਤੀ ਕਰ ਰਿਹਾ ਵੀਰ ਰਾਜਾ ਸਿੰਘ ਜੀ ਨੂੰ, ਕੋਈ ਵੀ ਨਵੀਂ ਆਈਡੀ ਹੈ ਤਾਂ ਸਾਡੀ ਜਾਣਕਾਰੀ ਕਰਾ ਦੇਣ ਜੀ। ਵੀਰ ਰਾਜਾ ਸਿੰਘ ਜੀ।